किसी मानी के तौर पे इस्तेमाल नहीं किया जा सकता। मैं आमन नजरी साहब का दजल बता रहा हूँ। उनको पता था कि मौलाना मोहम्मद अली ने अपनी इस तहरीर की दोबारा वजाहत में, जो कि लोग गलत उसको अंडरस्टैंड कर रहे हैं, एक और तहरीर लिखी है, वो उसको पीछे रख रहे थे कि वो नहीं आगे लानी, क्योंकि उससे वजाहत पूरी हो जाएगी तो मेरी बात झूठी पड़ जाएगी। ये है दजल। ਕੀ ਹੋ ਰਹੀ ਸੀ ਸ਼ਫੀਕ ਸ਼ੇਖ ਸਾਹਿਬ? ਗੱਲ ਇਹ ਸੀ ਕਿ ਅਨੋਖਾ ਕੰਮ ਦੱਸੋ ਮਿਰਜ਼ਾ ਸਾਹਿਬ ਦਾ। ਇੱਥੇ ਜੇ ਅਮਰ ਨਜ਼ੀਰ ਸਾਹਿਬ ਕੋਈ ਏਡੀ ਹੁਜਤ ਕੋਈ ਨਹੀਂ ਹੈ, ਜੇ ਉਹਨਾਂ ਕੋ ਪੁੱਠੀ ਸਿੱਧੀ ਗੱਲ ਕਰ ਦਿੱਤੀ ਹੈ ਤੇਰੇ ਜੇ ਏਡਾ ਵੱਡਾ ਇਸ਼ੂ ਵਾਲੀ ਗੱਲ ਨਹੀਂ। ਨਜਬ ਸਾਹਿਬ, ਪਹਿਲੇ ਤੇ ਮੈਂ ਤੁਹਾਡੀਆਂ ਹੁਜਤਾਂ ਲੱਭਾਂ ਕਿ ਤੁਹਾਡੀਆਂ ਹੁਜਤਾਂ ਕਿਹੜੀਆਂ ਨੇ। ਰੱਖੋ ਤੁਹਾਨੂੰ ਲੱਭਣ ਦੀ ਸੀ ਸ਼ੇਖ ਸਾਹਿਬ। ਇੱਥੇ ਸਾਰਾ ਦਿਨ ਰੌਲਾ ਪਾ ਪਾ ਕੇ ਤੁਹਾਨੂੰ ਦੱਸਦੇ ਆ ਸਾਡੀ ਹੁਜਤ ਕੁਰਾਨ ਹਦੀਸ ਆ। ਤੁਹਾਨੂੰ ਕਿਹੜੇ ਸਟੈਂਪ ਪੇਪਰ ਤੇ ਲਿਖ ਕੇ ਦੇ ਤੁਹਾਨੂੰ ਸਮਝ ਆਏਗੀ। ਮੈਂ ਕਦੋਂ ਕਿਹਾ ਮੇਰੀ ਹੁਜਤ ਕੁਰਾਨ? ਤੁਸੀਂ ਚੜੇ ਫਿਰਦੇ ਹੁੰਦੇ, ਹੁਣ ਵੀ ਤੁਸੀਂ ਚੜੇ ਸੀ। ਇਮਾਮ ਅਹਿਮਦ ਰਜ਼ਾ ਖਾਨ ਤੁਹਾਡੇ ਮੁਜੱਦਦ ਨਹੀਂ ਹੈ? ਫਲਾਣੇ ਨੂੰ ਤੁਸੀਂ ਮੰਨਦੇ ਹੋ, ਫਲਾਣੇ ਨੂੰ ਮੰਨਦੇ ਹੋ, ਫਲਾਣੇ ਨੂੰ ਮੰਨਦੇ ਹੋ। ਅਗਰ ਇਹਨਾਂ ਦੇ ਦਿਮਾਗ ਵਿੱਚ ਕੋਈ ਐਪਲੀਕੇਸ਼ਨ ਹੈ ਤੇ ਫਿਰ ਉਸ ਤੇ ਵੀ ਡਾਊਨਲੋਡ ਕਰ ਦਿਓ। ਤੁਹਾਡੇ ਮੁਜੱਦਦ ਹੈ ਨੇ, ਤੁਸੀਂ ਇਨਕਾਰੀ ਹੋ ਤੇ ਅਸੀਂ ਕੀ ਕਰੀਏ? ਸਾਡਾ ਜਿਹੜਾ ਮੁਜੱਦਦ ਹੈ ਅਸੀਂ ਉਹਦੇ ਇਨਕਾਰੀ ਨਹੀਂ ਆ। ਅਸੀਂ ਡੰਕੇ ਦੀ ਚੋਟ ਤੇ ਕਹਿ ਰਹੇ ਹਾਂ ਸਾਡਾ ਮੁਜੱਦਦ ਹੈ, ਅਸੀਂ ਮੰਨਨੇ ਆ। ਤੁਸੀਂ ਕਹਿੰਦੇ ਹੋ ਭਾਈ ਮੁਜੱਦਦ ਵੀ ਹੋਏ ਸਾਡਾ ਤੇ ਮੁਜੱਦਦ ਵੀ ਹੁਜਤ ਨਹੀਂ ਹੁੰਦਾ। ਤੁਹਾਨੂੰ ਤੇ ਹੁਜਤ ਹੀ ਨਹੀਂ ਪਤਾ ਹੁਜਤ ਕਿਹੜੀ ਸ਼ੈ ਨੂੰ ਕਹਿੰਦੇ ਨੇ। ਜ਼ਿਆਦਾ ਫਰਕ ਪਤਾ ਕਿੰਨਾ ਹੈ? ਤੁਹਾਡੇ ਮਿਰਜ਼ਾ ਸਾਹਿਬ ਤੁਹਾਡੇ ਵਾਸਤੇ ਹੁਜਤ ਨੇ। ਸੁਣੋ ਫਰਕ, ਮੁਸਲਮਾਨਾਂ ਦੇ ਮੁਜੱਦਦ ਜਿਹੜੇ ਨੇ ਉਹ ਹੁਜਤ ਨਹੀਂ ਹੁੰਦੇ। ਮੇਰੀ ਗੱਲ ਸੁਣੋ, ਮਿਰਜ਼ਾ ਸਾਹਿਬ ਤੋਂ ਪਹਿਲੇ ਜਿੰਨੇ ਤੁਹਾਡੇ ਮੁਜੱਦਦ ਆਏ ਉਹ ਸਭ ਮਰਨ ਤੋਂ ਬਾਅਦ ਬਣੇ। ਮਿਰਜ਼ਾ ਸਾਹਿਬ ਸਾਡੇ ਮੁਜੱਦਦ ਨੇ, ਉਹ ਜਿੰਦਾ ਹੁੰਦਿਆਂ ਬਣੇ। ਬਸ ਇਹ ਗੱਲ ਜੇ। ਤੁਸੀਂ ਮਰਨ ਤੋਂ ਬਾਅਦ ਬੰਦਿਆਂ ਨੂੰ ਬਣਾਉਂਦੇ ਰਹੇ ਹੋ। ਇਹ ਫਰਕ ਜੇ। ਤੁਸੀਂ ਮੁਰਦਿਆਂ ਨੂੰ ਬਣਾਉਂਦੇ ਰਹੇ ਹੋ ਕਿ ਇਹ ਮੁਰਦੇ ਸਾਡੇ ਮੁਜੱਦਦ ਸਨ। ਇਹਨਾਂ ਦੇ ਸਾਹਮਣੇ ਕਹਿੰਦੇ ਆ ਸਾਡੀ ਜਾਨ ਨਹੀਂ ਕੀ ਸ਼ੇਖ ਸਾਹਿਬ, ਜੇ ਮਿਰਜ਼ਾ ਸਾਹਿਬ ਕੱਲੇ ਮੁਜੱਦਦ ਤੇ ਰੁਕ ਜਾਂਦੇ ਨਾ ਤੇ ਕਿਸੇ ਕੱਖ ਵੀ ਨਹੀਂ ਸੀ ਕਹਿਣਾ ਮਿਰਜ਼ਾ ਸਾਹਿਬ ਨੂੰ। ਮਿਰਜ਼ਾ ਸਾਹਿਬ ਨਹੀਂ ਨਾ ਖਲੋਤੇ। ਇਮਾਮ ਮਹਿਦੀ ਵੀ ਬਣ ਗਿਆ, ਮਸੀਹ ਮੌਦ ਵੀ ਬਣ ਗਿਆ, ਨਬੀ ਵੀ ਬਣ ਗਿਆ। ਅਬ ਤੀਰਾ ਲੱਭਿਆ ਮਰਨ ਤੋਂ ਬਾਅਦ ਸਾਰਿਆਂ ਨੂੰ ਮੁਜੱਦਦ ਕਹੀ ਜਾਂਦੇ ਹੋ ਕਿ ਤਾਂ ਕਿ ਉਹ ਉੱਠ ਕੇ ਕੁਝ ਕਹੇ ਹੀ ਨਾ। ਅੱਛਾ ਇੱਕ ਮਿੰਟ, ਜਿਹੜਾ ਉਹਨਾਂ ਦਾ ਈਸਾ ਇਬਨ ਮਰੀਮ ਵਾਲਾ ਦਾਵਾ, ਤੁਸੀਂ ਉਸ ਦਾਅਵੇ ਨੂੰ ਮੰਨਦੇ ਹੋ? ਇਸ਼ਤਾਰੇ ਦੇ ਰੰਗ 'ਚ ਮਸੀਲੇ ਮਸੀਹਾਂ, ਤੁਸੀਂ ਅਗਰ ਉਹਨੂੰ ਇਹ ਸਮਝਦੇ ਹੋ ਮਸੀਲੇ ਮਸੀਹ ਮੰਨਦੇ ਹੋ? ਥੱਲੇ ਨਾਸਰ ਸਾਹਿਬ ਬੈਠੇ ਨੇ। ਨਾਸਰ ਸਾਹਿਬ ਇੱਥੇ ਆ ਕੇ ਮਰਦਾਂ ਵਿੱਚ ਬੈਠੋ, ਤੁਸੀਂ ਜ਼ਨਾਨੀਆਂ ਵਿੱਚ ਬਹਿ ਕੇ ਤਬਲੀਗ ਕਰਦੇ ਹੋ। ਇੱਥੇ ਮਰਦ बैठे ने, उत्ते तशरीफ ले आओ। नजब साहब मेरी बात सुने, मेरी एक बात सुने। अभी थोड़ी देर पहले मैंने आपको क्या कहा है कि मैं मिर्जा साहब ने जो दावे किए हैं मैं उनको ऑन करता हूँ, उनके हर बात को, हर लफ्ज को ऑन करता हूँ। ਤੁਸੀਂ ਇਸ ਦਾਅਵੇ ਨੂੰ ਮੰਨਦੇ ਹੋ ਮਸੀਲੇ ਮਸੀਹ ਵਾਲੇ ਨੂੰ? ਮੈਂ ਤੁਹਾਡੇ ਕੋਲ ਅੱਛਾ ਹੁਣ ਕੀ ਕਹਾਂ ਕਿ ਨਹੀਂ? ਹਾਂ ਮੈਂ ਸਾਰਿਆਂ ਨੂੰ ਮੰਨਣਾ, ਇਹਨੂੰ ਨਹੀਂ ਮੰਨਦਾ। अस्सलाम वालेकुम। और मलक कैसर साहब, ਹੁਣ ਜ਼ਨਾਨੀਆਂ ਤੁਹਾਡੀਆਂ ਨੇ ਤੇ ਉੱਥੇ ਆ ਜਾਂਦੀਆਂ ਨੇ ਤੇ ਹੁਣ ਅਸੀਂ ਕੀ ਕਰੀਏ? ਤੇ ਖੁਦਾ ਦਾ ਵਾਸਤਾ ਜੀ। ਅੱਛਾ ਉਹ ਕਹਿ ਰਹੀ ਹੈ ਮੇਰਾ ਖਾਮਨ ਜਿਹੜਾ ਨਾਸਰ ਸਾਹਿਬ ਉਹ ਨੂੰਹ ਤੁਹਾਡੀ ਏ, ਭਰਜਾਈ ਤੁਹਾਡੀ ਏ ਤੇ ਗੱਲਾਂ ਸਾਨੂੰ ਕਰਦੇ ਹੋ ਯਾਰ। ਉਹ ਫਿਰ ਆਪਣੇ ਮੂੰਹ ਤੋਂ ਕਹਿੰਦੀ ਹੈ ਕਿ ਤੁਹਾਡੀ ਏ ਤੇ ਮੈਂ ਹੁਣ ਕੀ ਕਰਾਂ? ਉੱਥੇ ਮੈਂ ਰਸਤੇ ਤੇ ਮੁਹਤਰਮ ਨੇ ਤੁਹਾਡਾ ਦੱਸਿਆ, ਸਾਨੂੰ ਤੇ ਤੁਹਾਡਾ ਦੱਸਿਆ ਯਾਰ। ਉਹ ਜਿਹੜਾ ਕੋਈ ਦੱਸਦੀ ਹੈ ਪਤਾ। ਚਲੋ ਛੱਡੋ ਯਾਰ, ਉਹ ਨਹੀਂ ਉੱਥੇ ਤੱਕ ਰਹਿਣ ਦਿਓ ਉਹਨਾਂ ਦੀ ਗੱਲ। ਹਾਂਜੀ ਅਸਾਂ ਟੋਰ ਦਿੱਤੀ, ਹੁਣ ਤੁਹਾਡਾ ਹੀ ਵਾਲੇ ਸੀ। ਚਲੋ ਯਾਰ, ਚਲੋ ਅਸੀਂ ਤਾਂ ਕਹਿੰਦੇ ਆ ਕੋਈ ਨਹੀਂ, ਗੱਲ ਆ ਜਾਵੇ, ਜਿਹੜਾ ਵੀ ਆ ਜਾਵੇ ਅਸੀਂ ਤਾਂ ਲੈ ਲੈਂਦੇ ਆ। ਚਲੋ ਹਫੀਜ਼ ਸ਼ੇਖ ਸਾਹਿਬ ਜਾ ਭਾਈ, ਹੁਣ ਇਹਨਾਂ ਕੋਲੋਂ ਇਹ ਪੁੱਛਣਾ ਹੈ ਕਿ ਮਸੀਲੇ ਈਸਾ ਯਾਰ ਛੱਡ ਦਿਓ। ਹਫੀਜ਼ ਸਾਹਿਬ ਦੀ ਜਾਨ ਲੈਣੀ ਹੈ ਤੁਸੀਂ, ਹੁਣ ਛੱਡ ਦਿਓ ਉਹਨਾਂ ਨੂੰ। ਜਾਂ ਇਹ ਅੱਜ ਅਹਿਮਦੀਅਤ ਛੱਡਣ ਦੇ ਤੇ ਜਾਂ ਫਿਰ ਅੱਜ ਇਹ ਸਾਨੂੰ ਛੱਡਣ ਦੇ। ਉਹਨਾਂ ਨੇ ਪਹਿਲਾਂ ਹੀ ਛੱਡਿਆ ਤਾਂ ਸਾਰਾ ਕੁਝ, ਤੇ ਉਹਨਾਂ ਨੂੰ ਕੀ ਤੁਸੀਂ ਹੋਰ ਕਰਾਉਣਾ? ਬਸ ਛੱਡ ਦਿਓ ਉਹਨਾਂ ਨੂੰ। ਸਾਹਿਬ ਨੂੰ ਮੈਂ ਮੰਨਣਾ, ਤੁਸੀਂ ਆ ਜਾਓ ਕਿ ਲੈ ਲੋ ਕੀ ਮੰਨਦੇ ਨੇ? ਕੀ ਉਹ ਮੁਜੱਦਦ ਹੀ ਮੰਨਦੇ ਨੇ ਉਹਨਾਂ ਦੇ ਉਰਦੂ ਯਾਰ। ਬਸ ਯਾਰ ਹੁਣ ਦੇਖੋ ਮੇਰੀ ਗੱਲ ਸੁਣੋ ਨਜਬ ਭਾਈ ਤੇ ਜ਼ਿਆ ਸਾਹਿਬ ਤੇ ਸਾਰੇ ਜਿਤਨੇ, ਦੇਖੋ ਗੱਲ ਜਦੋਂ ਬੰਦਾ ਕਰੇ, ਦੇਖੋ ਇੱਕ ਲੌਜਿਕ ਹੈ। ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਉਹਨਾਂ ਨੇ ਮੰਨਣ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਕੀ ਰਹਿ ਗਿਆ ਉਹਨਾਂ ਕੋਲ ਪਿੱਛੇ? ਤੇ ਤੁਸੀਂ ਕੀ ਪੁੱਛਣਾ ਉਹਨਾਂ ਕੋਲੋਂ ਤੇ ਕੀ ਕਰਨਾ ਹੈ? ਮਸਲਾ ਸਮਝਾਓ। ਤੇ ਫਿਰ ਕੋਈ ਫਾਇਦਾ ਤਾਂ ਨਹੀਂ ਨਾ ਰਿਹਾ, ਬਸ ਗੱਲ ਹੀ ਖਤਮ ਹੋ ਜਾਏ। ਇਹੀ ਤੇ ਸਾਡੀ ਤੇ ਇਹਨਾਂ ਦੀ ਗੱਲ ਐ ਵੇ ਕਿ ਉਹ ਜਦੋਂ ਕਹਿ ਦਿੱਤਾ ਕਿ ਕੋਈ ਫਾਇਦਾ ਨਹੀਂ ਤੇ ਗੱਲ ਖਤਮ ਹੋ ਗਈ। ਹੁਣ ਕੀ ਕਰਨਾ ਜੀ ਉਥੋਂ? ਗੱਲ ਨਹੀਂ ਨਾ ਮੁੱਕਦੀ। ਨਾਸਰ ਸਾਹਿਬ ਉਹਨਾਂ ਨੂੰ ਡਿਫੈਂਡ ਪੇ ਕਰਦੇ ਨੇ ਪੂਰੀ ਤਰ੍ਹਾਂ। ਉਹਨਾਂ ਦੀ ਜਿਹੜੀ ਗੱਲ ਪੇਸ਼ ਕਰੀਏ ਉਹਦਾ ਪੂਰਾ ਦਿਫਾਅ ਕਰ ਰਹੇ ਨੇ। ਕਾਹਦੇ ਲਈ? ਉਹਨਾਂ ਨੂੰ ਮੰਨਣ ਨਾ ਮੰਨਣ ਨਾਲ ਅਗਰ ਕੋਈ ਫਰਕ ਨਹੀਂ ਪੈਂਦਾ ਤੇ ਕਾਹਦੇ ਲਈ ਡਿਫੈਂਡ ਕਰਦੇ ਨੇ? ਤੇ ਇਤਨਾ ਰਫੜ ਛੱਡਣ ਜਾਣ ਤੇ ਕੀ ਡਿਫੈਂਡ? हाँ जी हफीज शेख साहब छो जान। नासिर साहब ये मेरा नहीं कहना है या ये कोई मौलाना मोहम्मद अली साहब का कीदा नहीं है कि उनको मानने या ना मानने। हजरत साहब ने खुद कहा है, हजरत साहब ने ये बात खुद की है। और ठीक है हफीज साहब तुसी मोहतरम हो, मैं हुण तुहानू हाँ जी
ਉਹ ਮੈਂ ਤੁਹਾਨੂੰ ਉਹ ਤੁਹਾਡੇ ਨਾਲ ਨੇ ਤੇ ਮੈਂ ਤੁਹਾਨੂੰ ਨਹੀਂ ਇੱਥੇ ਕੁਝ ਕਹਿੰਦਾ, ਤੁਸੀਂ ਜੋ ਕਹਿੰਦੇ ਹੋ ਠੀਕ ਹੋ, ਤੁਸੀਂ ਮੁਹਤਰਮ ਹੋ, ਲੇਕਿਨ ਹੈ ਕੱਖ ਨਹੀਂ ਉਸ ਵਿੱਚ। ਮੈਂ ਨਹੀਂ ਤੁਹਾਨੂੰ ਕੋਈ ਵੀ ਦਿਆਂਗਾ, ਤੁਸੀਂ ਜੋ ਕਹਿੰਦੇ ਹੋ ਠੀਕ ਹੈ, लेकिन वो कोई गल नहीं है। हुण वो भी प्रेस अगे करते हैं तो मैं भी ऊपरों नहीं भी तुहानू कुछ कहता, तुसी जो मोहतरम हो। मैं वो बात नहीं कह रहा हूँ, लेकिन मैंने उनको ये कहा है कि मैं तो उनको मानता हूँ, ठीक है मेरे पास ऑप्शन है कि मानूं या ना मानूं, लेकिन मैं मानता हूँ और मैं उनकी हर चीज को ऑन करता हूँ। या तो ये कहना कि मैंने कह दिया कि मैं नहीं मानता, ये कहते हैं कि जब मानने नहीं जदों अगर तुसी जिहड़ी गल करदे हो, चलो हुण फिर गल्लां चों गल, जदों उन्हां नूं मनण ना मनण नाल कोई फर्क नहीं पैंदा ਤੇ ਐਡੀ ਕਿਹੜੀ ਤੁਹਾਡੀ ਮਾਂ ਮਸ਼ੀਨ ਹੀ ਚਾਹੀਏ ਕਿ ਉਹਨਾਂ ਨੂੰ ਮੰਨ ਕੇ ਤਾਂ ਐਡੀ ਮੁਸੀਬਤ ਲੈਣੀ ਹੈ ਫਿਰ ਕਿ ਜਦੋਂ ਫਰਕ ਹੋ ਜਾਏ। ਤਾਰਿਕ ਸਾਹਿਬ ਨੇ ਵੀ ਇਹੀ ਆਖਿਆ ਕਿ ਤੁਹਾਨੂੰ ਐਨੀ ਕਹਿੰਦੀ ਬਾਹ ਹੀ ਹੈ, ਤਾਰਿਕ ਸੁਹਾਨ ਨੇ ਵੀ ਇਹੀ ਲਫ਼ਜ਼ ਬੋਲਿਆ। ਨਹੀਂ ਮੈਂ ਤੇ ਉੱਥੇ ਮੈਂ ਉਹਦੀ ਵਜ਼ਾਹਤ ਨਹੀਂ ਦਿੱਤੀ, ਉਹਦੀ ਵਜ਼ਾਹਤ ਕੋਈ ਬਣਦੀ ਨਹੀਂ ਨਾ, ਉਹਦੀ ਕੋਈ ਵਜ਼ਾਹਤ ਨਹੀਂ ਬਣਦੀ। ਤੁਸੀਂ ਕੁਝ ਵੀ ਕਰੋ ਹਫੀਜ਼ ਸਾਹਿਬ, ਤੁਸੀਂ मोहतरम हो, मैं ਤੁਹਾਨੂੰ ਫਿਰ ਕਹਿਣਾ ਕਿ ਤੁਸੀਂ ਮੈਂ ਤੁਹਾਡੇ ਨਾਲ ਨਹੀਂ ਇਸ ਬਹਿਸ ਕਰਨਾ, ਲੇਕਿਨ ਉਹਦੀ ਕੋਈ ਵਜ਼ਾਹਤ ਬਣ ਹੀ ਨਹੀਂ ਸਕਦੀ, ਕੋਈ ਤਰੀਕਾ ਹੀ ਨਹੀਂ ਨਾ ਬਣਦਾ। ਕੋਈ ਅਗਰ ਹੋਵੇ ਤੇ ਮੈਂ ਤੁਹਾਨੂੰ ਜ਼ਾਹਿਰ ਹੈ, ਲੇਕਿਨ ਉਹ ਸਾਡੀ ਮਜਬੂਰੀ ਹੈ, ਸਾਡੀ ਵੀ ਮਜਬੂਰੀ ਹੈ ਕਿ ਸਾਡੇ ਲਈ ਕੋਈ ਰਸਤਾ ਨਹੀਂ ਨਾ ਤੇ ਹੈ ਜਾਂ ਫਿਰ ਨਹੀਂ। ਇਹ ਦੋ ਗੱਲਾਂ ਨੇ, ਮਜ਼ਹਬ ਤੇ ਜਾਂ ਹੁੰਦਾ ਤੇ ਜਾਂ ਨਹੀਂ ਹੁੰਦਾ। ਇਹ ਕੀ ਤੁਸੀਂ ਗੱਲ ਕਰਦੇ ਹੋ? ਜਦੋਂ फर्क ही अगर कोई नहीं पैंदा तो सानू केड़ी लोड़ है फिर एडी मुसीबत में। मुझे नासिर साहब, मुझे आप सिर्फ इतना बताएं कि जो शख्स आपके नजदीक, जो शख्स हजरत मिर्जा साहब को कुछ भी नहीं मानता, आपके नजदीक वो क्या है? वो काफिर मुर्तद है? वो मुर्तद तो नहीं, देखें जो मैं जो मानता हूँ, देखें जिस जगह पे मैं खड़ा हूँ, जो मिर्जा साहब को नहीं मानता वो रसूल अल्लाह सल्लल्लाहु अलैहि वसल्लम को नहीं मान रहा, उनके हुक्म का इनकारी है, उनको नहीं मान रहा। मिर्जा साहब को नहीं मानता वो क्या होता है? वो क्या होता है? वो पूछ लें, इधर जितने भी बैठे हुए किसी से पूछ लें, जो रसूल अल्लाह का हुक्म नहीं मानता वो क्या होता है? काफिर होता है, काफिर। हाँ बिल्कुल वही होता है। मतलब मुसलमान होता है, काफिर हो जाता है सिर्फ रसूल अल्लाह का, मुसलमान वो रहता है। और मुसलमान भी नहीं होता, मुसलमान से भी फारग ही है, वो बनता रहे, वो खुद को कहता रहे मुसलमान, हमें कोई फर्क नहीं पड़ता, लेकिन हकीकी मुसलमान नहीं है वो। तो गोया इससे ये साबित हो गया वो मुसलमान कहाँ से रह गया फिर? नहीं, मैं वही पूछना चाह रहा हूँ ना, मैं जो बात जिस तरफ आना चाह रहा हूँ, गोया इससे साबित ये हुआ कि जो हजरत मसीह मौद को नहीं मानता वो भी बिल्कुल उसी तरह काफिर है जिस तरह जो नबी करीम को नहीं मानता। बात देखे रसूल अल्लाह के हुक्म का इनकारी है, हमें नहीं कोई जरूरत उसको फतवा देने की कि वो काफिर है। अल्लाह के रसूल ने हमें ये बात नहीं कही है कि जो आदमी अपने आप को मुसलमान कहता है तो उसे कहने दें, हमें कोई फर्क नहीं पड़ता, लेकिन अक्ल में रसूल अल्लाह के हुक्म का जो इनकारी है वो मुसलमान के दायरे में नहीं रह सकता। ये अल्लाह, हाँ मिर्जा साहब ने अगर ये बात कही है तो वो मामूर बिन अल्लाह थे, वो कह सकते हैं, नबी पाक जो थे वो कह सकते हैं, अल्लाह फैसला कर सकता है, लेकिन हमें फतवे देने की जरूरत नहीं है। बाहर अगर कोई कहता है तो कहने दें उसे। तो ਤੁਸੀਂ ਉਹਨਾਂ ਦੇ ਫੈਸਲੇ ਨੂੰ ਰਿਕਗਨਾਈਜ਼ ਨਹੀਂ ਕਰ ਸਕਦੇ? ਕੌਣ? ਤੁਸੀਂ ਉਹਨਾਂ ਦੇ ਫੈਸਲਾ ਜਿਹੜਾ ਉਹਨਾਂ ਨੇ ਫਤਵਾ ਦਿੱਤਾ ਹੈ ਕਿ ਜਿਹੜਾ ਜਿਹਦੇ ਤੱਕ ਮੇਰੀ ਤਾਲੀਮ ਪਹੁੰਚੀ ਔਰ ਮੈਨੂੰ ਨਹੀਂ ਮੰਨਿਆ ਉਹ ਦਾਇਰਾ ਇਸਲਾਮ ਤੋਂ ਖਾਰਜ ਹੈ, ਤੁਸੀਂ ਇਹ ਗੱਲ ਨਹੀਂ ਸਰ ਮੈਨੂੰ ਕਹਿ ਸਕਦੇ? ਉਹ ਮੈਂ ਕਹਿ ਦਿੱਤਾ ਹੈ ਕਿ ਮੈਂ ਹੋਰ ਕਿਸ ਤਰ੍ਹਾਂ ਕਹਾਂ ਜੇ ਕਹਿ ਦਿੱਤਾ ਹੈ, ਲੇਕਿਨ ਮੈਨੂੰ ਜਦੋਂ ਹੁਣ ਤੁਸੀਂ ਕਹਿੰਦੇ ਹੋ ਅਗਰ ਫਰਜ਼ ਕੀਤਾ ਅੱਗੋਂ ਕਿ ਅਸੀਂ ਮੁਸਲਮਾਨ ਆ ਤਾਂ ਮੈਨੂੰ ਕੋਈ ਜ਼ਰੂਰੀ ਨਹੀਂ ਹੈ, ਉਹ ਤੁਹਾਨੂੰ ਦੱਸ ਦਿੱਤੀ ਹੈ, ਲੇਕਿਨ ਮੈਨੂੰ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਮੁਸਲਮਾਨ ਤੇ ਮੈਂ ਉਹਨੂੰ ਕਹਾਂ ਕਿ ਨਹੀਂ ਉਹ ਹੈ। ਜੋ ਮੈਂ ਮੰਨਣਾ ਉਹ ਕਹਿ ਦਿੱਤਾ, ਠੀਕ ਹੈ, ਤੁਹਾਡੀ ਮਰਜ਼ੀ ਹੈ, ਤੁਸੀਂ ਜਿੱਥੇ ਰੱਖੋ। अगर कुरान कहे, अगर कुरान कहे कुल या अय्युहल काफिरून और रसूलुल्लाह सल्लल्लाहु अलैहि वसल्लम ने भी आखण के इन्हां नूं आखो कुल या अय्युहल काफिरून, ते फिर की करिए? और रसूल अल्लाह सल्लल्लाहु अलैहि वसल्लम ਨੂੰ ਆਖਿਆ ਸੀ ਨਾ, ਹੁਣ ਸਾਰੇ ਰਸੂਲ ਅੱਲਾਹ ਸੱਲੱਲਾਹੁ ਅਲੈहि ਵਸੱਲਮ ਨਾ ਬਣ ਜਾਓ। ਮੈਂ ਪਹਿਲੇ ਅਸੀਂ ਅੱਜ ਤੱਕ ਪੜ੍ਹਨੇ ਆ ਕਿ ਜਿਹੜਾ ਮਾਮੂਲ ਅਲਫਾਜ਼ ਥੋੜੇ ਜਿਹੇ ਅਲਫਾਜ਼ ਅਸੀਂ ਅੱਜ ਵੀ ਪੜ੍ਹਨੇ ਆ, ਅੱਜ ਵੀ ਅਸੀਂ ਕੁਰਾਨ ਵਿੱਚ ਪੜ੍ਹਨੇ ਆ। ਗੱਲ ਨਹੀਂ ਕੀਤੀ ਕਿ ਇਹ ਗੱਲ ਉਹਨਾਂ ਵਾਸਤੇ ਅੱਲਾਹ ਦਾ ਰਸੂਲ ਕਹਿ ਸਕਦਾ ਨਹੀਂ, ਤੇ ਸਾਡੇ ਵਾਸਤੇ ਆਇਤ ਜਿਹੜੀਆਂ ਮਨਸੂਖ ਹੋ ਗਈਆਂ ਨੇ ਉਹ ਅਸੀਂ ਨਹੀਂ ਪੜ੍ਹਨਾ ਕੋਈ ਆਈ ਵਾਲ ਕਾਫਿਰੂਨ, ਇਹ ਲਫ਼ਜ਼ ਅਸਾਂ ਕੱਢ ਦੇਣਾ ਵਿੱਚੋਂ। ਉਹ ਫਿਰ ਤੁਸੀਂ ਲਾ ਦਿਓ ਉੱਥੇ, ਉਹ ਕਜ਼ਾਫੀ ਸੀ ਨਾ, ਉਹ ਫੌਤ ਹੋ ਗਿਆ, ਉਹਨੇ ਵੀ ਲਾਈ ਸੀ ਕਿ ਮੈਨੂੰ ਕਿਹਾ ਜਾਂਦਾ ਤਾਂ ਉਹਦੇ ਤੇ ਫਤਵਾ ਲੱਗ ਗਿਆ ਸੀ ਉਹ ਕਰਨਲ ਕਜ਼ਾਫੀ। ਨਹੀਂ ਜ਼ਾਹਿਰ ਹੈ ਕੁੱਲੀ ਆਈ ਵਾਲ ਕਾਫਿਰੂਨ ਕਾਫਰਾਂ ਨੂੰ ਕਿਹਾ ਲੈਂਦੇ ਆ, ਤਾਂ ਅਸੀਂ ਵੀ ਕਹਿੰਦੇ ਆ, ਅੱਜ ਵੀ ਕਹਿੰਦੇ ਆ। ਕਹੀ ਜਾਓ, ਠੀਕ ਹੈ, ਮੈਂ ਕਿਹਾ ਕਹੀ ਜਾਓ, ਲੇਕਿਨ ਨਹੀਂ ਤੇ ਤੁਸੀਂ ਦੱਸੋ ਨਾ ਨਾਸਰ ਸਾਹਿਬ, ਤੁਸੀਂ ਇਸ ਲਫ਼ਜ਼ ਨੂੰ ਮਨਸੂਖ ਕਰ ਦਿੱਤਾ। ਮੈਂ ਕਹਿ ਦਿੱਤਾ ਹੈ, ਮੈਂ ਕੀ ਕਿਹਾ? ਹੋਰ नजर साहब में की मनसूख कर देता है की मनसूख कर ऐस लफ्ज़ नु कुरान विचों। ओ भाई मैं जड़ा कुछ कहना सी वो कह दिता है, जो समझदा अपने आप को समझदा रहे। मैं तो अपनी गल नजर भाई कह दी है,
ਤੁਸੀਂ ਇਹ ਕਹਿ ਰਹੇ ਹੋ ਕਿ ਅੱਲਾਹ ਤੇ ਅੱਲਾਹ ਦਾ ਰਸੂਲ ਕਹਿ ਸਕਦੇ, ਅਸੀਂ ਨਹੀਂ ਕਹਿ ਸਕਦੇ, ਤੁਸੀਂ ਕਿਵੇਂ ਨਹੀਂ ਕਹਿ ਸਕਦੇ? ਬਾਹਰ ਨਿਕਲ ਗਏ, ਅਸੀਂ ਤੇ ਪੱਕੇ ਹੀ ਬਾਹਰ ਨਿਕਲ ਗਏ। ਹਫੀਜ਼ ਸ਼ੇਖ ਸਾਹਿਬ ਇਹਨਾਂ तक वो तलीम नहीं पहुंची। एक तरह से उमती और केड़ा यार मिर्जा साहब की तहरीर, एक तरफ से उमती और दूसरी तरह से क्या, एक तरह से नबी हो हफीज शेख साहब तक, एक तरह से उमती और एक तरह से नबी हो की किवें में तहरीर यार मेरे को ठीक है ना, केड़ी गल है, उस चीज को फर्क तो नहीं, उम्मती भी है ने ते नबी भी है ने, कोई फर्क नबी भी है ने। हफीज शेख साहब को पूछ के बहा दो, अगर ए गल दे कर इनकारी होंदे ने मिर्जा साहब ते काफर होए कि ना होए? कौन है? हफीज शेख साहब है ने के होए की मतलब वो है ने, मैं कहना वा शेख साहब होण दसो। ਉਹ ਮੈਂ ਕਹਿ ਰਿਹਾ ਵਾਂ ਕਿ ਹੈ ਨਹੀਂ, ਮੰਨ ਕੇ ਵੀ ਤੁਸੀਂ ਇੰਨਾ ਕੁਝ ਸਹਿਣਾ ਹੈ ਤੇ ਕਿਹੜੀ ਲੋੜ ਮੰਨਣ ਦੀ? ਉਹੀ ਗੱਲ ਮੈਂ ਆਈ, ਫਿਰ ਹੈ ਕੀ ਹੈ ਫਿਰ ਨਹੀਂ ਮਤਲਬ ਇਹ ਉਹੀ ਗੱਲ ਹੋ ਗਈ ਨਾ ਕਿ 100 ਗੰਢੇ ਵੀ ਖਾਣੇ ਤੇ 100 ਆਹੋ ਇਹਨਾਂ ਦੀ। ਮੈਂ ਨਹੀਂ ਹਫੀਜ਼ ਸ਼ੇਖ ਮੁਹਤਰਮ ਨੇ ਤੇ ਮੈਂ ਉਹਨਾਂ ਨਾਲ ਨਹੀਂ ਜ਼ਾਹਿਰ ਹੈ ਕੋਈ ਗੱਲ ਇਸ ਤਰ੍ਹਾਂ ਨਹੀਂ ਕਰਦਾ, ਲੇਕਿਨ ਗੱਲ ਤੇ ਫਿਰ ਹੁਣ ਤੁਸੀਂ ਕਹਿ ਦਿੱਤੀ, ਉਹੀ ਗੱਲ ਹੈ ਫਿਰ। ਇਹ ਮਹੱਲਾ ਮਾਫੀ ਦੇ ਕੋਈ ਲੜਾਈ ਝਗੜਾ ਨਹੀਂ ਹੈ, ਸਿਰਫ ਆਪਸ ਚ ਗੱਲ ਕਰ ਰਹੇ ਆ। ਹੁਣ ਤਾਰਕ ਚੌਹਾਨ ਸਾਹਿਬ ਬੈਠੇ ਨੇ, ਉਹਨਾਂ ਦਾ ਨਜਬ ਸਾਹਿਬ ਗੱਲ ਸੁਣਾ, ਨਾਸਰ ਸਾਹਿਬ ਮੇਰੇ ਮੁਹਤਰਮ ਨੇ ਜੋ ਮਰਜ਼ੀ ਕਹਿ ਲੈਣ, ਮੈਂ ਉਹਨਾਂ ਦੀ ਨਹੀਂ ਤੋਬਾ ਕੋਈ ਬੁਰਾ ਨਹੀਂ ਮਨਾਣਾ ਕਿ ਮੈਂ ਉਹਨਾਂ ਨੂੰ ਇੱਥੇ ਜਵਾਬ ਨਾਲ ਜਵਾਬੀ ਹਮਲਾ ਸ਼ੁਰੂ ਕਰ ਦਿਆਂਗਾ। ਤਲੀਮੀ ਲਿਹਾਜ਼ ਨਾਲ ਉਹਨਾਂ ਕਿਹਾ ਤੁਹਾਨੂੰ ਕਿ ਇਹ ਤੁਸੀਂ ਇਹ ਬਣਦੇ ਹੋ, ਇਲਮੀ ਲਿਹਾਜ਼ ਨਾਲ ਕਿ ਮੈਂ ਉਹਨਾਂ ਦੀ ਕੋਈ ਤਾਲੀਮ ਦੇ ਉੱਤੇ ਕੋਈ ਉਹ ਨਹੀਂ ਕਰ ਰਿਹਾ ਨੁਕਤਾਚੀਨੀ ਜਾਂ ਕੋਈ ਘਟਾ ਰਿਹਾ ਕਿ ਉਹਨਾਂ ਦੀ ਤਾਲੀਮ ਨਹੀਂ। ਲੇਕਿਨ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਹਾਨੂੰ ਅਗਰ ਮੈਂ ਲਾਹੌਰੀ ਆਉਂਦੀ ਹਾਂ, ਤੁਸੀਂ ਮੈਨੂੰ ਜੋ ਕੁਝ ਸਾਬਤ ਕਰਨਾ ਸਿਰਫ ਹਫੀਜ਼ ਸ਼ੇਖ ਨੂੰ ਨਹੀਂ ਕਰਨਾ, ਤੁਸੀਂ ਮੌਲਵੀ ਮੁਹੰਮਦ ਅਲੀ ਨੂੰ ਵੀ ਲਿਆ ਕੇ ਕਟਹਿਰੇ 'ਚ ਉਹਨੂੰ ਵੀ ਸਾਬਤ ਕਰਨਾ ਕਿ ਇਹ ਵੀ ਅਕਲ ਨਹੀਂ ਸੀ ਇਹਨੂੰ ਵੀ, ਔਰ ਉਹ ਜਿੰਨਾ ਬੜਾ ਮੁਫੱਕਰ ਹੈ ਸੀ, ਜਿਹਨੇ ਉਹ ਬੰਦਾ ਜਿਹਨੇ कुरान की तफसीर ते तर्जमा इंग्लिश दुनिया दे सब तो पहले लिखा, वो गलत तफसीर की थी ना। मिर्जा साहब कह रहे हैं हजरत ईसा अलैहिस्सलाम का कोई बाप नहीं थी, मौलवी मोहम्मद अली लाहौरी ने कहते नहीं बाप है ऐसा, तो आपने मिर्जा साहब को इन्होंने इनकार कर दिया। अच्छा नजब भाई, जिस तफसीर का आप ढंडोरा पीटते हैं वो तफसीर और तारक चौहान साहब गल करन दियो हफीज साहब लोग। मैं नजब साहब नाल गल कर रहा कि नजब साहब फिर आपको ये मत सोचें कि हफीज शेख को साबित करना है, हफीज शेख तो साबित हो जाएगा, यहीं कर लोगे अभी थोड़ी देर में नासर साहब। नहीं ਅਸੀਂ ਤੁਹਾਨੂੰ ਨਹੀਂ ਸਾਬਤ ਕਰਦੇ ਹਫੀਜ਼ ਸ਼ੇਖ ਸਾਹਿਬ, ਅਸੀਂ ਤੁਹਾਨੂੰ ਜਿਹੜੀ ਗੱਲ ਕਰ ਰਹੇ ਹਾਂ ਉਹ ਪੂਰੇ ਲੋਰੀਆਂ ਨੂੰ ਕਹਿ ਰਹੇ, ਸਾਰੇ ਹੀ ਉਸ ਵਿੱਚ ਸ਼ਾਮਲ ਹੋ ਜਾਂਦੇ ਨੇ ਨਾ। मैं वही कह रहा हूँ आपको ਤੁਹਾਨੂੰ ਤਾਂ ਨਹੀਂ साबित कहने से आपको दलाइल के साथ मौलाना मोहम्मद अली को भी साबित करना होगा, इसी तरह कि वो भी जो था बिल्कुल जो मतलब इलिटरेट आदमी था, उसको अकल दीन दुनिया का कुछ नहीं पता था, और दुनिया ने उसके बारे में क्या कहा हुआ है उसको भी आप साबित करेंगे कि वो वाकई वो एक आम सा मौलवी था, उसके पास कोई दीन का इल्म तो था नहीं, बच्चों को नमाज पढ़ाने वाला सिपारे पढ़ाने वाला एक आम मस्जिद का मौलवी था, उसका कितना इल्म था उस मैं यहाँ पे नजब साहब सुन लें, मैं अब ये मैं कसम खा के कह रहा हूँ कि अगर हज़रत मसीह मऊद के बाद मैं ये समझता हूँ जब खलीफा नूरुद्दीन की साहब भी थे, अगर जमात में कोई सबसे ज्यादा साहिबे दुनिया और दीनी इल्म के हिसाब से वो सिर्फ और सिर्फ मौलवी मोहम्मद अली था। वो मिर्जा साहब फिर वो खलीफा क्यों नहीं बने? अगर वो एक मिनट गल हुण विखड़ गई है। सुने मेरी बात सुने, आपको किसने कहा? वो तो जब खलीफा नूरुद्दीन साहब खलीफा बने थे उस वक्त भी मौलाना मोहम्मद अली साहब ने कहा था कि हमें खिलाफत की ज़रूरत नहीं है। मैंने आपको बारहा बताया कि ख्वाजा कमालुद्दीन साहब ने उस वक्त मौलाना मोहम्मद अली साहब को चुप करवा दिया, और उस चुप के बाद क्या हुआ, जब कोई 5-6 महीने गुजर गए, वो ख्वाजा कमालुद्दीन साहब को ये इनकी अपने अगर हक की बात थी तो चुप क्यों हुए? मौजूद है, सुन ले, सोने की शर्तियां ले रही थी ना, पैसे ले रही थी इसलिए चुप हो गए थे, पैसे ले लिए थे। यार बात तो सुन लो, ख्वाजा कमालुद्दीन चुप क्यों को करा दिया उनको? क्या किया ख्वाजा कमालुद्दीन साहब वो चुप करवाया उनको, महमूद साहब को कहा, वो चुप हो गए, इसका मतलब वो डर गए, घबरा गए, बुज़दिल थे। मौलवी मोहम्मद अली आप अब अगली बात नहीं ना सुन रहे हो, ख्वाजा कमालुद्दीन जो मर्जी कह रहे हैं ना, आप कह रहे हैं वो बड़ी ऊंची यार एक मेरी बात सुने, देखिए अभी नासिर साहब ने एक बात की, मेरे दिल में उनका कोई इज्जत एहतराम है ना, उन्होंने कह दिया कि जी मुझे जो भी नासिर की तो आप मर्जी जो मर्जी इज्जत करते रहे, मेन बात ये है कि मौलवी मोहम्मद अली साहब, और मेरी बात सुने, मौलवी मोहम्मद अली साहब की जो तफसीर का आप ढंडोरा पीटते हैं वो तो गलत तफसीर थी, सुन लेना, मिर्जा साहब की तफसीर के खिलाफ थी वो बात। मेरी बात तो सुन लेना, पहले आप मेरी बात को सुन लें
जैसे अभी मैं नहीं नासिर साहब के आगे कोई बोल रहा, वरना यहाँ मैं क्या करूँ, तू तड़ा शुरू कर दूँ, वो मुझे बुरा, मैं मौलाना मोहम्मद अली साहब उस वक्त ख्वाजा कमालुद्दीन साहब की बात पे खामोश होकर इज्जत करते थे, रिगार्ड करते थे। बात सुने, मौलवी मोहम्मद अली साहब को भी हक की बात करनी चाहिए थी। मौलवी मोहम्मद अली साहब ने क्या कहा था कि मुझे खलीफा बना दो, हकीम नूरुद्दीन साहब को ना बनाओ, ये कहते। उसको चाहिए था, वो कहता कि ये खिलाफत कोई नहीं है। तारिक चौहान साहब मेरे मिर्जा साहब ने कोई अपने बात तारिक चौहान साहब मुझे बोलने दें। उस वक्त सूरत हाल ये थी कि हजरत साहब की अभी मैयत वहाँ पड़ी थी, दफन नहीं हुई थी, तदफीन नहीं हो गई थी। भाई उसी वक्त कहना था, वहाँ ड्रामा लग जाता। आप क्या चाह रहे थे कि वहाँ पे ड्रामा लगता? एन वक्त के ऊपर कहना होता है, सही बात, हक बात उस वक्त कहनी होती थी ना, चुप के डर करके बाद में फिर छोड़ डाल दिया, लौरी जमात बना ली। उसी वक्त ही वही मौके पे कही थी उन्होंने कि ऐसा नहीं होना चाहिए, हमें खिलाफत। उस वक्त भी डरे रहते, जब मिर्जा बशीरुद्दीन महमूद ने खिलाफत बनाई थी, उस वक्त भी डरे रहते, उसको फॉलो करते थे। तारिक चौहान साहब, आपने एक फैसला मेरे से मनवा लिया, मान लिया मैंने, तारिक चौहान की बात मान के एक फैसला मान लिया, 6 महीने के बाद तारिक चौहान, तो अगर मान लिया तो ओ भाई मेरी बात सुने, अभी आप कह रहे हैं उस वक्त फसाद का खतरा था, आप मुझे बात ही नहीं करने दे रहे। मिर्जा महमूद के वक्त फसाद क्यों डाला? ਇੱਕ ਮਿੰਟ ਗੱਲ ਕਰ ਲੈਣ ਚੌਹਾਨ ਸਾਹਿਬ, ਉਹਨਾਂ ਨੂੰ ਫਿਰ ਤੁਸੀਂ ਆਪਣੀ ਗੱਲ ਨਜਫ ਸਾਹਿਬ, ਤੁਸੀਂ ਮੇਰੀ ਗੱਲ ਸੁਣੋ, ਮੈਂ ਜਿਹੜੀ ਗੱਲ ਕਰ ਰਿਹਾ। ਤਾਰਿਕ ਚੌਹਾਨ ਸਾਹਿਬ ਅੱਜ ਮੈਨੂੰ ਇੱਕ ਗੱਲ ਕਹਿ ਦਿੰਦੇ ਨੇ, ਯਾਰ ਨਜਫ ਦੀ ਆ ਗੱਲ ਮੰਨ ਲੈ ਯਾਰ, ਕੋਈ ਮੈਂ ਤਾਰਿਕ ਚੌਹਾਨ ਦਾ ਲਿਹਾਜ਼ ਕਰਕੇ ਮੰਨ ਲੈਣਾ, ਮੇਰਾ ਦਿਲ ਨਹੀਂ ਚਾਹੁੰਦਾ, ਲੇਕਿਨ ਸਿਰਫ ਤਾਰਿਕ ਚੌਹਾਨ ਦੀ ਇੱਜ਼ਤ ਤੇ ਤਕਰੀਮ ਕਰਕੇ ਮੈਂ ਮੰਨ ਲੈਣਾ ਕਿ ਯਾਰ ਚਲੋ ਹੁਣ ਇਹ ਵੱਡਾ ਮੈਨੂੰ ਕਹਿ ਰਿਹਾ, ਮੈਂ ਚੁੱਪ ਕਰ ਜਾਵਾਂ। ਉਹ ਮੈਂ ਗੱਲ ਤੇ ਆਪਣੀ ਚੁੱਕ ਦਿੱਤੀ ਨਾ, ਜੋ ਮੇਰੇ ਦਿਲ 'ਚ ਸੀ ਉਹ ਤੇ ਮੈਂ ਕਹਿ ਦਿੱਤੀ। ਤਾਰਿਕ ਚੌਹਾਨ ਦੇ ਕਹਿਣ ਤੋਂ ਮੈਂ ਚੁੱਪ ਹੋ ਗਿਆ। ਅੱਛਾ ਹੁਣ ਕੀ ਹੋਇਆ? ਤਾਰਿਕ ਚੌਹਾਨ ਸਾਹਿਬ ਜਿਹੜੇ ਨੇ ਉਹ 6 ਮਹੀਨੇ ਬਾਅਦ ਨਜਫ ਅਬਾਸ ਸਾਹਿਬ ਨੂੰ ਲੈ ਕੇ ਜਾ ਰਹੇ ਨੇ, ਸੈਰ ਕਰ ਰਹੇ ਨੇ। ख्वाजा कमालुद्दीन साहब यानी कि मौलाना मोहम्मद अली नहीं, ख्वाजा कमालुद्दीन साहब क्या कह रहे हैं मिर्जा बशीरुद्दीन साहब को, यार मेरे से बहुत बड़ी गलती सरजद हो गई है जिसकी तलाफी मुमकिन नहीं है। कौन सी गलती? ये जो हमने खिलाफत शुरू कर दी और खलीफा नूरुद्दीन साहब को खलीफा बना दिया। ये नहीं कि मौलाना मोहम्मद अली को बनाना था, उन्होंने कहा ये खिलाफत कायम करना मेरे से बहुत बड़ी गलती सरजद होगी। अब इसका दावा तो मुमकिन नहीं है, लेकिन ये किया जा सकता है कि हम खलीफा के जो इख्तियारात हैं उनको महदूद कर देते हैं कि वो सिर्फ जो है नमाज़ें शमाज़ें पढ़ा दिया करे, जनाजा वगैरह और निकाह वगैरह पढ़ा दिया करे, उसके इख्तियारात को महदूद कर देते हैं, उस गलती का खमियाजा इस तरह करते हैं। ये मुझे अब आप एक बात बताओ कि ये क्या मौलाना मोहम्मद अली ने उसको पढ़ा के भेजा था ख्वाजा कमालुद्दीन साहब को? उनको हो गया ना गलती का एहसास। मेन बात ये है कि उस वक्त चुप कर गए जब मौका था हक बात कहने का, और जब अपनी गद्दी बनाने की चक्कर आया मिर्जा बशीरुद्दीन महमूद की। अब मुझे भी बोलने देना कि आप भी सिर्फ ठेका दिया। 2 मिनट कर लो, 2 मिनट चुप करके सुने बात। मैं ये कहता हूँ कि भाई मौलाना मोहम्मद अली। अच्छा मैं रोटी खान चले वा नजफ, लेकिन गल सुन, हफीज शेख साहब मोहतरम ने कहंदे ने खलीफा नु ਅਸੀਂ ਰੱਖ ਦੇਣਾ ਨਮਾਜ਼ ਸ਼ਮਾਜ਼ ਪੜਾਉਣ ਲਈ ਤੇ ਨਿਕਾਹ ਪੜਾਉਣ ਲਈ। हफीज साहब नहीं कह रहे, हफीज साहब नहीं कह रहे, ख्वाजा कमालुद्दीन साहब ने ठीक है, अल्लाह ने इसको खुदा का भेजा उतार था। ਗੱਲਾਂ ਖੁੱਲਣ ਲੱਗੀਆਂ ਨਾ ਤੁਰ ਚੱਲੇ ਹੋ। नजर साहब सुनो गल, एक ही कहते ने हफीज साहब मेरी भी सुन लिया करें कि आप नहीं सिर्फ बोल रहे हैं। नहीं 1 मिनट ना, तारिक चौहान साहब आप मुझे बीच में इंटरप्ट करते हैं। नजर साहब तुसी सुन रहे हो कि वो कह के गए ने कि हफीज साहब है कह रहे ने तुसी जज बना लो। ख्वाजा कमालुद्दीन साहब ने क्या, लेकिन क्या क्यों, मतलब अगर एक गलती हो गई सी, उस गलती ਦੇ ਉੱਤੇ ਪਹਿਰਾ ਦਿੰਦੇ ਯਾਰ, ਉੱਤੇ ਲੋਕ ਗੱਲ ਕਰਦੇ, ਉਸ ਚੀਜ਼ ਨੂੰ ਮੰਨਦੇ ਹੀ ਨਾ, ਭਾਵੇਂ 6 ਮਹੀਨੇ ਬਾਅਦ ਹੀ ਰਿਅਲਾਈਜ਼ ਕਿਉਂ ਨਾ ਹੋਈ ਹੁੰਦੀ। नजब साहब आप सिचुएशन को समझें, मेरे या आपके वालिद की डेथ हुई हो, वहाँ पे उसकी डेथ बड़ी पड़ी हो, और आपके भाई वहाँ पे जायदाद पे लड़ाई शुरू कर दें, कोई आपको कहेगा यार तुम्हारे बाप की मैयत पड़ी है, पहले इसको तो यार और बाद में कर लेना, वहाँ पे आपका ख्याल कर लिया जाए, तो इसका मतलब है कि यार आप वो बुज़दिलों की तरह बाद में फसाद बाद में होता है, हक उस वक्त कहना होता है। लेकिन आप ये भी तो देखें ना, हक बात कहने का, आप अगले की शराफत को ना, और अगले ने शराफत में, शराफत को बुज़दिली कहते हैं भाई, जो हक बात नहीं कहता वक्त पे। शरीफ इंसान को हमेशा बुज़दिली कहा जाता है। अगर मौलाना मोहम्मद अली रहते ना, मिर्जा महमूद के वक्त क्यों फसाद डाला नजब साहब, जमात में इख्तिलाफ किया? नजब साहब कह रहा हूं, तारिक साहब, अच्छा ਉਹਨਾਂ ਨੂੰ ਗੱਲ ਕਰ ਲੈਣ ਦਿਓ ਸਾਹਿਬ, ਤੁਸੀਂ ਅੱਗੇ ਗੱਲ ਕੀਤੀ ਏ, ਉਹਨਾਂ ਨੂੰ ਤਾਰਿਕ ਚੌਹਾਨ ਸਾਹਿਬ ਨੂੰ ਟਾਈਮ ਦਿਓ। ਅਗਰ ਨਹੀਂ ਮੈਨੂੰ ਸਿਰਫ ਇੱਕ ਗੱਲ ਕਹਿਣ ਦਿਓ, ਫਿਰ ਤਰੀਖ ਨੂੰ ਜਾਣ ਦਿਓ, ਆਪਣੀ ਤਰੀਖ ਨੂੰ। ਮੈਨੂੰ ਨਹੀਂ ਟਾਈਮ ਦੇਣਾ, ਉਹ ਆਪ ਹੀ ਕਰੀ ਜਾਣਾ। ਮਿਊਟ ਕਰ ਦਿਆਂਗਾ। ਤਾਰਿਕ ਚੌਹਾਨ ਸਾਹਿਬ ਨੂੰ ਪੁੱਛੋ, ਮੌਲਾਨਾ ਮੁਹੰਮਦ ਅਲੀ ਸਾਹਿਬ ਐਡੇ ਹੀ ਡਰਪੋਕ ਇਨਸਾਨ ਸਨ,
ਅੱਜ ਤੱਕ ਤੁਹਾਡੀ ਜਮਾਤ ਵਾਲਿਆਂ ਨੇ ਤੇ ਮਿਰਜ਼ਾ ਬਸ਼ੀਰੁਦੀਨ ਮਹਿਮੂਦ ਸਾਹਿਬ ਦੇ ਬਾਰੇ ਕੁਝ ਨਹੀਂ ਲਿਖਿਆ, ਨਾ ਕੋਈ ਜਵਾਬ ਦਿੱਤੇ ਨੇ। ਮਿਰਜ਼ਾ ਮੌਲਾਨਾ ਮੁਹੰਮਦ ਅਲੀ ਸਾਹਿਬ ਤੇ ਉਹਨਾਂ ਦੀ ਜ਼ਿੰਦਗੀ 'ਚ ਠੋਕ ਕੇ ਮੂੰਹ ਦਿੱਤੇ ਜਵਾਬ ਦਿੱਤੇ ਤੇ ਉਸ ਵੇਲੇ ਕੀ ਫਾਇਦਾ ਜਦੋਂ ਬਾਅਦ ਵਿੱਚ ਸਾਰਾ ਕੁਝ ਹੋ ਗਿਆ ਤੇ ਫਿਰ ਫਸਾਦ ਸ਼ੁਰੂ ਕਰ ਦਿੱਤਾ। ਨਹੀਂ ਹੁੰਦਾ, ਉੱਥੇ ਵੀ ਕੀਤਾ ਸੀ। ਉਸਦਾ ਕੋਈ ਫਾਇਦਾ, ਚੁੱਪ ਕਰਕੇ ਬੈਠੇ ਰਹਿੰਦੇ। ਫਿਰ ਆ ਜਿਹੜਾ ਇਸਮਾਉ ਅਹਿਮਦ ਦਾ ਮਸਲਾ, ਉਹ ਜਿਹੜੇ ਮੌਕੇ ਯਾਦ ਆਏ ਸੀ ਨਾ ਆਪਣੇ ਮੂੰਹ ਤੇ ਮਾਰਦੇ ਫਿਰ ਮੌਲਵੀ ਮੁਹੰਮਦ ਅਲੀ ਸਾਹਿਬ, ਉਹਨਾਂ ਨੇ ਉੱਥੇ ਬਾਅਦ ਚ ਉਹਨਾਂ ਨੂੰ ਮੌਕੇ ਯਾਦ ਆਏ ਸੀ। ਗਲਤ ਗੱਲ ਨਾ ਕਰੋ, ਬਾਅਦ ਵਿੱਚ ਕੋਈ ਨਹੀਂ ਯਾਦ ਆਇਆ, ਬਾਅਦ ਵਿੱਚ ਉਹਨਾਂ ਨੂੰ ਨਹੀਂ ਯਾਦ ਆਇਆ ਨਾ ਉਸ ਵੇਲੇ ਕਹਿੰਦੇ। नहीं तारिक चौहान साहब, बात ये है, मैं आपको बताता हूँ कि आर टांगा पार टांगा विच टलम टलियां, तू बैठा रह जर्मनी ते मैं कनेडा चलियां। असल गल ये है सारी विचों जी बिल्कुल है, वो आर टांगा पार टांगा विच टलम टलियां, तू बैठा रह जर्मनी ते मैं कनेडा चलियां। मतलब ऐसा ਤੁਸੀਂ ਤੇ ਅੱਧੇ ਲਾਹੌਰੀਆਂ ਦੀ ਹੈਗੇ ਹੋ, ਤੁਸੀਂ ਰੋਜ਼ मैं तो आपके मौक़िफ़ की तायीद करता हूँ। जाहिल लोग ये फलाना टमकाना, वो तुसी रोज मैं तो रोज कहता हूँ जाहिल मुखालिफ मेरी अब इस तमाम तहरीर से मतलब मेरा ये है कि जाहिल मुखालिफ मेरी निस्बत इल्जाम लगाते हैं कि ये शख्स का दावा करता है। नहीं मलक साहब लौरिया ने को पैसे नहीं, तो मलक ऐसे साहब बिल्कुल सही तहरीर पढ़ते हैं, उन्होंने बिल्कुल ऐसा लिखा हुआ है। तो मैं कब कह रहा हूँ गलत पढ़ रहे हैं? मैंने कब कहा कि वो गलत पढ़ रहे हैं? मैं कह रहा हूँ लाहौरियों ने कोई पैसे तो नहीं, लाहौरियों के इसमें क्या ताल्लुक है? ये तो मिर्जा साहब की तहरीर है, हम भी यही कहते हैं। मिर्जा साहब ने यही कहा है नबूवत क्या है, जिल्ली बरूजी नबूवत वो क्या है, तजदीद दीन के लिए मामूर होना, और ये जिल्ली नबूवत क़यामत तक जारी है। मलक साहब कहते हैं वो आते आप तो इसका इनकार करते हैं ना, आप कहते हैं मिर्जा साहब का मुजद्दिदियत खत्म हो गई, हजरत मोहम्मद सल्लल्लाहु अलैहि वसल्लम की जो हदीस है वो खत्म हो गई। आपने तो नहीं ना माना 15वीं सदी के मुजद्दद को, इसलिए आप फासिकीन में से आए। 15वीं सदी का मुजद्दद हमारे तक आया ही नहीं, अभी तक पैगाम लेके तो आए ना। पैगाम लेके क्या तुम्हारे पे मोमबत्तियां ला के नाल केक लेके आए? हर वक्त आपके पास बता तो कर मलक कैसर साहब, पैगाम लेके नहीं आया। मलक कैसर साहब गल सुनो, मलक साहब जिंदाबाद। देखो ਉਹਨਾਂ ਨੇ ਦਾਵਾ ਕੀਤਾ ਨਾ ਜੰਬਾ ਸਾਹਿਬ ਨੇ, ਅਸੀਂ ਰਿਸਪੈਕਟ ਕਰਨੇ, ਉਹਨਾਂ ਨੂੰ ਚਾਹੀਦਾ ਕਿ ਉਹ ਜਿਵੇਂ ਖਲੀਫਾ ਸਾਹਿਬ ਨੂੰ ਉਹਨਾਂ ਨੇ ਦੱਸਿਆ ਸੀ ਕਿ ਮੈਨੂੰ ਇੰਜ ਐਲਾਮ ਹੋ ਰਹੇ ਨੇ, ਉਹਨਾਂ ਨੂੰ ਚਾਹੀਦਾ ਕਿ ਸਾਡੀ ਜਮਾਤ ਦੇ ਅਮੀਰ ਨੂੰ ਵੀ ਦੱਸਣ ਕਿ ਬਈ ਉਹ ਤੇ ਨਹੀਂ ਮੰਨਿਆ, ਉਹਨਾਂ ਨੂੰ ਚਾਹੀਦਾ ਹੈ ਬਈ ਮਿਰਜ਼ਾ ਸਾਹਿਬ ਕਹਿ ਰਹੇ हैं सदी शुरू हो तो आपने खुद तलाश करना जाके, कोई खुदा उसके बंदे आपका नौकर नहीं है कि आपके पास केक पेश करे आके तारिक चौहान साहब आपका काम है उसको। चौहान साहब अल्लाह को हाजिर नाजिर जान के बता रहा हूँ, कसम अल्लाह पाक की, ला इलाहा इल्लल्लाह मोहम्मद रसूलुल्लाह, मैं ये टिकटॉक पे आया हूँ ना, पता नहीं 6-7-8 महीने हो रहे हैं, मुझे 6-7-8 महीने पहले पता चला कि जुम्मा ग्रुप आपको फांसी ये किसकी जिम्मेदारी? 6-8 महीने हो गए, ये आप जैसे 6-8 महीने से आप फांसी पे नहीं, ये आपका कसूर है। जैसे नाहल लोग उनकी जमात में है जो उनके पैगाम को आके लेके नहीं जा रहे लोगों तक। तो मैं यही कह रहा हूँ ना, आपको 6-8 महीने से पहले पता चला, अब आपको फासिक होते हुए 6-8 महीने गुजर चुके हैं, तो आपने मरना भी इसी तरह पे ही है। अगर आपने बात मुझे बताएं कि कितना अर्सा हो गया जंबा साहब को क्लेम किए हुए, आप लोग क्या कर रहे हो अभी तक? क्यों नहीं निकलते हो? तबलीग करो उनकी, जाओ लोगों को पैगाम दो। आपको पता चला आपने मान लिया ऐसे खाम खा मेरे तक बात सुने, मुझे ये पता चला, सुन लें शेख साहब, सुन लें, मिर्जा साहब कहते हैं जब आपको पता चल गया कि सदी शुरू हो गई है और हजरत मोहम्मद सल्लल्लाहु अलैहि वसल्लम का इरशाद सदी के सर पे आएगा, खुद निकलें और तलाश करें कि वो कौन है जिसने दावा किया। अगली बात भी अगर आप कसम खा के कहते हैं मैं कर देता हूँ। मैंने आपकी जो वो गुलाम जो साइट है, क्या नाम है उसका, गुलाम अल गुलाम, उसके ऊपर मैं गया और मैंने वहां जाके सारा उसको देखा भी है, और मैंने वहां पे ईमेल के जरिए उनको कहा कि मुझे ये कुछ अपना लिटरेचर और ये किताब में मैंने देखी, मुझे भिजवाएं। उधर वो जब मैंने सबमिट कर दिया उसमें आ गया योर रिक्वेस्ट हैज बीन सक्सेसफुली सबमिटेड, और कि हम राब्ता करेंगे। इस बात को भी 8 महीने हो गए ना, मेरे पास कोई किताब है वहाँ पे मौजूद है, आपने पढ़नी है तो वहाँ पढ़ें आप। नहीं, उनके हर वक्त खुतबे आते हैं वो सुने, मुझे भेजेंगे। वो क्यों, उन्होंने मुझे ये झूठी कंफर्मेशन क्यों दी कि वो मुझे भेजेंगे? और भाई किताबें उनकी मौजूद है, भेजेंगे क्या? डिजिटली मौजूद है सारे, वो आप वहां से ले लें, पढ़ें उनको। मैं तो आपको पहुंच गया, आप फिर भी फांसी की है ना? नहीं, मैं तो कुएं तक मिर्जाई फासिकीन है, आप भी फासिकीन है। नहीं कोई नहीं फासिक यार, आप हाथ पांव हिलाते नहीं हो। मिर्जा साहब कह रहे हैं मुजद्दद का मुनकिर फासिक है, आप कहते कोई नहीं फासिक, कोई नहीं फासिक। तो मैं मुजद्दद का कब मुनकर हूं? मैं तो उनको मुजद्दद मानता हूं। तो अभी आप कहते हैं मुझे 6-8 महीने से उनका पता है, आपने माना अभी तक? नहीं, फासिक है ना? मैं मिर्जा साहब की बात कर रहा हूँ कि मिर्जा साहब मुजद्दद है।
अभी जब मुझे दावा उनका पहुंचेगा अपना जंबा साहब का, मैं उसको देखूंगा, पढ़ूंगा, फिर मैं आएगा करूंगा, वो उसके बाद बुरका मैं शुरका फैसला पह के आएगा, हाँ, उसके बाद मैं इनकार कर दूं। अभी तो मैं उस पोजीशन टोपी शोपी पा के दावा आपके पास आएगा, अभी खुशबू ला के आएगा, फिर आप उसको कहेंगे आओ जी चाय पियो। तारिक साहब अभी आप मुझे नहीं कह सकते, क्योंकि ना तो मैंने उनका इनकार किया कि मैं कहूँ जी मैं उनको मुजद्दद मानता ही नहीं हूँ। नहीं मानना तो इनकार ही किया ना, नहीं मुनकरीन ही है ना जब तक नहीं मानते। भाई इनकार तो वो होता है मैं इनकार कर दूं कि मैंने नहीं माना। मैं कह रहा हूँ कि अभी मैं उस पोजीशन में हूँ कि मैं ना कह सकता हूँ कि वो है, ना कह सकता हूँ नहीं है। मैं ना 15वीं सदी का मुजद्दिद मौजूद है, 6-8 महीने आप खुद कह रहे हैं मुझे पता है उनका, भाई अभी तक आपने नहीं माना, इसका मतलब अभी तक फांसी की हैं आप, क्योंकि पैगाम तो पहुंच गया आपके पास। दावे को तालीम से दसोगे तो मैं मनना है ना। मैं सड़क तो जा रहा हूँ, एक बंदा तो भाई दावा तालीम सारी कुछ मौजूद है alghulam.com पे, सारा कुछ मौजूद है, उनके हर हफ्ता खुतबा आता है, वो आप सुनते हैं? नहीं मैंने नहीं सुना, मैं अभी कहूँ हाँ तो भाई सब सुना ही कुछ नहीं, पढ़ा ही कुछ नहीं, तो फिर आपको क्या, आपका कान से पकड़ के आपको बताएं तालीम? आपका खुद काम है कि आपने गुमराही से बचना है, जहालत की मौत मरने से बचना है, आपने बचना है कि हमने आपको पकड़ के लाके आगे खड़ा कर? तो सही सुने तो सही, हर शख्स की अपनी मर्जी होती है। सुनते तो है नहीं ਤੁਸੀਂ ਤਾਰਿਕ ਸਾਹਿਬ। मैं उन्होंने वेबसाइट के उत्ते पढ़ना सा कि वो जो उनकी खतो खताबत हुई अपने खलीफा साहब के साथ उस वक्त के कि जी ये मुझे ये हो रहा है, ये हो रहा है, उसमें उन्होंने मैंने वो भी पढ़ा था जिसमें उन्होंने लिखा है कि तुम वो जवाब दिया उनको कि भाई तुम वो मुबाइनी प्यामियों वाला तुम्हारा दिमाग हो रहा है, तुम प्यामियों वाले अकायद कर रहे हो, ये है कि नहीं? ये चीजें मैंने देखी थी, स्टडी की थी। तो फिर आपने इसका मतलब है पढ़ के इनकार कर दिया ना? नहीं मैंने कहा सुन, अब अगली भी तो बात सुनो, देखो कैसे सब कही थी वो उन्होंने की कह रहे ने उस वेले खलीफा साहब जेडे सन मेरा मिर्जा ताहिर साहब वो कह रहे ने कि तेरे अकायद जेडे ने लाहौरियां वाले हो गए ने, तो जो अकायद ही लाहौरियां वाले हो गए तो आ जाओ फिर लाहौरियां वाले। उन्हें गल ही मुक गई, उन्होंने दस्या तुसी लाहौरी हो गए, फासिकीन हम बन जाए। लाहौरी कहंदे ने मिर्जा साहब ਨੂੰ ਮੰਨਣਾ ਕੋਈ फर्क नहीं पैंदा, ਅਸੀਂ ਤੇ ਇਸ ख्याल ਤੇ लानत पाने हैं। चौहान साहब हकीकत तो ये है ना कि यहाँ पे टिकटॉक पे तकरीबन 90% लोग लोरी ही हैं। अभी आप ताहिर अमजद साहब को बुलाएं, वो कहेंगे मैं भी नहीं मानता। अभी आप जनाब वो अपना हुसैनी साहब की बराड़ पे जितने लोग आते हैं, नहीं वो लाहौरी हैं, लाहौरी भी फासिकीन है, मिर्जाई भी फासिकीन है, क्योंकि असल बात है कि अगले मुजद्दिद को नहीं ना माना, उनको मुजद्दिद मानते मिर्जा साहब को अगले को नहीं ना माना, तो फासिकीन है। 40 साल सदी से गुजर चुके ने, ਇਹਨਾਂ ਨੂੰ ਅਜਿਹਾ ਹੋਸ਼ ਹੀ ਨਹੀਂ ਆਈ। कैसर साहब मदद की गल सुनो, उन्होंने मिर्जा साहब ਦੀ ਫਿਕਰ ਨਹੀਂ, ਉਹਨਾਂ ਨੂੰ ਜੰਬਾ ਸਾਹਿਬ ਦੀ ਫਿਕਰ ਹੈ ਕਿ ਅਗਲੇ ਸਦੀ ਦੇ ਇਹਨਾਂ ਨੇ ਮੰਨਿਆ। ਇਹ ਕਹਿੰਦੇ ਨੇ ਸਾਡੇ ਅੱਗੇ ਕੇਕ ਸ਼ੇਕ ਬੋਤੀ मोमबत्ती ਲਿਆ ਕੇ ਸਾਡੇ ਪੈਗਾਮ ਪਹੁੰਚਾਏ ਜੀ। ਜੇ ਤਾਰਿਕ ਚੌਹਾਨ ਕਹਿੰਦੇ ਤਬਲੀਗ नहीं करते पे, जे करन दे फिर उल्टी गल करे ਤੁਹਾਡੇ ਵੀ ਫੀਸ ਸਾਹਿਬ ਕੋਈ समझ नहीं आती है। यही है फासिकीन का यही काम होता है। और मिर्जा साहब ਦੇ ਉੱਤੇ ਜਿਹੜੇ ਦੰਦ ਕੱਢਦੇ ਨੇ ਉਹ ਲਾਹੌਰੀ ਵੀ ਇਹੀ ਕੰਮ ਕਰਦੇ ਨੇ, ਮਿਰਜ਼ਾਈ ਵੀ ਇਹੀ ਕੰਮ ਕਰ ਰਹੇ ਨੇ। ਅਸੀਂ ਤਾਂ ਨਹੀਂ ਕਰਦੇ, ਅਸੀਂ ਤੇ ਮਿਰਜ਼ਾ ਸਾਹਿਬ ਨੂੰ ਮੁਜੱਦਦ ਮੰਨਦੇ ਆ, 14ਵੀਂ ਸਦੀ ਦਾ ਮੁਜੱਦਦ ਮੁਹੱਦਸ ਅਸੀਂ ਮੰਨਦੇ ਆ। ਹਾਂ ਤੇ ਮਿਰਜ਼ਾ ਸਾਹਿਬ ਨੇ ਕਿਹਾ ਨਾ ਸਦੀ ਦੇ ਮੁਜੱਦਦ ਆਏਗਾ, ਉਹਦੀ ਕਿਉਂ ਨਹੀਂ ਮੰਨਦੇ? हैं उन्होंने क्या मुजद्दिद मुनकिर फासिक है, क्यों नहीं मानते? नहीं आएगा, झूठ बोलिया, अपनी मर्जी ने चीजें तुसी बस मन्नी है। भाई मैंने तारिक चौहान साहब मैंने इनकार नहीं किया कि आप कह रहे मैंने पढ़ा है आएगा तो सारा इनकार ही किया ना फिर आपने। मैं तो ये कह रहा हूँ मुझे नहीं पता कहीं आ गया होगा यार। अभी आप कह रहे हैं कि मैंने जाके पढ़ा है वहाँ पे, उनके खतूत पढ़े हैं, वेबसाइट पे मैं गया हूँ, तो पढ़ के आपने फैसला किया कि मैंने नहीं इसको मुजद्दिद मानना। खतूत पढ़े, उनका दावा नहीं पढ़ा मैंने। किसने रोका था? किसी ने आके ਤੁਹਾਨੂੰ ਪੱਟੀ ਜ਼ੰਜੀਰੀ ਲਗਾ ਦਿੱਤੀ ਸੀ, ਇੱਥੋਂ ਅੱਗੇ ਨਹੀਂ ਜਾਣਾ ਤੁਸੀਂ ਮੈਨੂੰ ਉਹਨਾਂ ਦਾ ਦਾਵਾ ਭੇਜਣਾ, ਜਿਵੇਂ ਮੈਂ ਤੁਹਾਨੂੰ ਹਵਾਲੇ ਭੇਜਣਾ ਨਾ, ਉਹ ਦਾਵੇ ਵਾਲਾ ਮੈਨੂੰ ਕੋਈ ਜੋ ਵੀ ਹੈ ਮੈਨੂੰ ਤਾਂ ਨਹੀਂ ਪਤਾ, ਤੁਹਾਨੂੰ ਪਤਾ ਹੈ, ਤੁਸੀਂ ਮੈਨੂੰ ਭੇਜਣਾ ਕੱਢ ਕੇ। ਇਹ ਜੀ ਉਹਨਾਂ ਦਾ ਦਾਵਾ ਇਸ ਹਿਸਾਬ ਨਾਲ ਉਹਨਾਂ ਕੀਤਾ, ਫਿਰ ਮੈਂ ਵੇਖਣਾ। ਠੀਕ ਹੈ। ਮਤਲਬ ਕਿ ਮਿਰਜ਼ਾ ਸਾਹਿਬ ਪਿਆਦੇ ਨੇ ਚੌਹਾਨ ਸਾਹਿਬ ਕੇ ਜਾ ਕੇ ਲੱਭੋ ਨਸੋ ਲੱਭੋ ਮੁਜੱਦਦ ਨੂੰ ਜਦੋਂ ਸਦੀ ਪੂਰੀ ਹੋ ਜਾਏ। मिर्जा साहब कह रहे हैं कि जब आप सदी शुरू हो गई और बार तबक पेश कोई हजरत मोहम्मद सल्लल्लाहु अलैहि वसल्लम को पता है हर सदी पे मुजद्दद आता है, आपका काम था कि दुनिया के सारे काम छोड़ के मुजद्दद की तलाश करते। तो मिर्जा साहब कह रहे हैं ਤੇ ਇਹ ਕਹਿੰਦੇ ਨਹੀਂ ਜੀ ਸਾਨੂੰ ਕੇਕ ਸ਼ੇਕ ਲਾ ਕੇ ਬੱਤੀਆਂ ਛੇਤੀਆਂ ਲਾ ਕੇ ਟੋਪੀ ਸ਼ੋਪੀ ਪਾ ਕੇ ਸਾਡੇ ਅੱਗੇ ਪੈਗਾਮ ਲੈ ਕੇ ਆਓਗੇ ਤੇ ਫਿਰ ਅਸੀਂ देखेंगे मन्ना कि बात। और तारिक चौहान साहब मजाक के अलावा इसको मजाक ना समझिएगा कि मैं, अजहर साहब ने कहीं ये भी कहा कि आइंदा जो भी मुजद्दिद होंगे वो मेरी लड़ी मतलब मेरी
जमात में से या मेरे हाँ जी फैमिली में से बिल्कुल होंगे। हाँ उन्होंने ये कहा कहा है कि ये जो आजिज है ये मसीह ज़मा है, इमाम उस ज़मान है, और इसके बाद कोई मसीह नहीं, कोई इमाम नहीं, मगर वो जो उसके ज़िल के तौर पर होगा। लेक्चर सियालकोट में उन्होंने कहा है। तो मिर्जा साहब यही कह रहे हैं, तजदीद दीन का वास्ते जो भी आएगा वो मिर्जा साहब के फॉलोअर्स में से होगा, क्योंकि मिर्जा साहब खातमुल खुलफा हैं, तमाम मुजद्दिदीन के सरदार हैं, और मुजद्दिद तजदीद दीन उनके ऊपर ख़त्म हो गई, यानी कमाल तक पहुंच गई, लेकिन मुजद्दिदीन का सिलसिला जारी है। और एक तो उन्होंने खुद ही पेशगोई की कि मेरी ज़ुर्रियत में एक मसीह इब्न मरियम आने वाला है। दो बातों को मान लो और 10 छोड़ दो, इस तरह तो नहीं ना होता ईमान। नहीं, वो इब्ने मरियम कौन है जो कहते हैं मेरी ज़ुर्रियत में आने वाला है? अब्दुल गफार जंबा। तो फिर हज़रत मसीह मौद जो कहते हैं कि मैं इब्ने मरियम हूँ, वो कौन है? भाई वो भी अपने मिर्जा साहब ने तो कहा 10,000 मसीह आ सकते हैं। अच्छा अच्छा। मसीह जो है ना वो मुजद्दिद को नाम दिया जाता है इस वजह से कि मिर्जा साहब का भी वास्ता यहूदी कौम से पड़ा था, जो मुसलमान सारे यहूदी हो गए थे, जैसे हज़रत मोहम्मद सल्लल्लाहु अलैहि वसल्लम ने खुद फरमाया यहूदियों के साथ उनकी मुशाबत हो। इसी तरह जंबा साहब का जो वास्ता है वो भी मिर्जाई यहूदी कौम से पड़ा है, इसलिए उनको भी मसीह इब्ने मरियम का नाम दिया गया। लेकिन असल उनका जो टाइटल है वो तो मुजद्दिद 15वीं सदी है ना, लेकिन जो भी उसका काम हो तो इसके लिहाज से उसका नाम दिया जाता है। आपने अभी ये जो लफ्ज़ इस्तेमाल किया मिर्जाई यहूदी, जंबा साहब ने भी ये लफ्ज़ इस्तेमाल किया मिर्जाइयों के लिए, मिर्जाई यहूदी। हाँ जी ये वो तो कहते हैं वो यहूदियों से भी बदतर कौम है ये, बल्कि अस्सलाम वालेकुम, मेरी बात आ रही है? दज्जालियत सिर्फ मिर्जाइयत में इस वक्त लॉरी जी जी उस्मान भाई आ रही है बात, बोलो तुसी। अच्छा, मेरा क्विक क्वेश्चन है हफीज़ शेख साहब ਦੇ ਕੋਲ। ਹਫੀਜ਼ ਸ਼ੇਖ ਸਾਹਿਬ, ਤੁਸੀਂ ਮਿਰਜ਼ਾ ਸਾਹਿਬ ਨੂੰ ਮੁਜੱਦਦ ਮੰਨਦੇ ਹੋ ਤੇ ਮਿਰਜ਼ਾ ਸਾਹਿਬ ਦਾ ਦਾਅਵਾ ਹੈ ਕਿ ਉਹਨਾਂ ਨੂੰ ਵਹੀ ਦੇ ਜ਼ਰੀਏ ਇਹ ਦੱਸਿਆ ਗਿਆ ਕਿ ਈਸਾ ਅਲੈਹਿ ਸਲਾਮ ਫੌਤ ਹੋ ਗਏ ਨੇ, ਤੇ ਉਸ ਤੋਂ ਪਿਛਲੇ ਕਿਸੇ ਮੁਜੱਦਦ ਨੂੰ ਇਹ ਪੈਗਾਮ ਨਹੀਂ ਦਿੱਤਾ ਗਿਆ, ਸਿਰਫ ਮਿਰਜ਼ਾ ਸਾਹਿਬ ਦਿੱਤਾ ਗਿਆ। ਤੇ ਮਿਰਜ਼ਾ ਸਾਹਿਬ ਇਸ ਬੁਨਿਆਦ ਦੇ ਉੱਤੇ ਕਿ ਜਿਹੜਾ ਉਹਨਾਂ ਦਾ ਮੁਖਾਤਬਾ ਹੁੰਦਾ ਪਿਆ, ਮੁਕਾਲਮਾ ਹੁੰਦਾ ਪਿਆ ਅੱਲਾਹ ਤਾਲਾ ਦਾ, ਉਸ ਬੁਨਿਆਦ ਦੇ ਉੱਤੇ ਉਹ ਕਹਿੰਦੇ ਨੇ ਕਿ ਮੈਂ ਜ਼ਿਲੀ ਨਬੀ ਹਾਂ। ਇਹ ਬੜੀ ਵੱਡੀ ਬੁਨਿਆਦ ਉਹਨਾਂ ਨੇ ਪੇਸ਼ ਕੀਤੀ ਹੈ ਕਿ ਮੁਸ਼ਰਿਕਾਨਾ ਅਕੀਦਾ ਚੇਂਜ ਕੀਤਾ ਵੇ, ਉਹ ਇੱਕ ਮੁਜੱਦਦ ਖਾਲੀ ਨਹੀਂ ਸੀ ਕਰ ਸਕਦਾ, ਕਿਉਂਕਿ ਉਸ ਤੋਂ ਪਹਿਲੇ ਮੁਜੱਦਦ ਗੁਜ਼ਰੇ ਨੇ। ਤੁਸੀਂ ਦੱਸੋ ਕਿ ਤੁਸੀਂ ਉਹਨੂੰ ਕਿਸ ਬੁਨਿਆਦ ਤੇ ਉਸ ਅਕੀਦੇ ਨੂੰ ਤੇ ਮੰਨ ਲੈਂਦੇ ਹੋ, ਉਸ ਵਹੀ ਨੂੰ ਮੰਨ ਲੈਂਦੇ ਮਿਰਜ਼ਾ ਸਾਹਿਬ ਜੀ ਨੂੰ ਕਿ ਅਜ਼ੀਜ਼ ਸਾਹਿਬ ਫੌਤ ਹੋ ਗਏ ਨੇ, ਲੇਕਿਨ ਉਹਨਾਂ ਨੂੰ ਤੁਸੀਂ ਨਬੀ ਨਹੀਂ ਮੰਨਦੇ? ਇਹਦਾ ਜਵਾਬ ਦੇ ਦਿਓ। ਦਾ ਸਿੰਪਲ ਜਿਹਾ ਜਵਾਬ ਹੈ, ਉਹਨਾਂ ਦਾ ਦਾਵਾ ਨਬੂਵਤ ਹੈ ਹੀ ਨਹੀਂ। ਚੌਹਾਨ ਸਾਹਿਬ ਹੁਣ ਕੀ ਕਰਨਾ ਜੇ? ਹੈ ਨਹੀਂ ਤੁਸੀਂ ਨਹੀਂ ਮੰਨਦੇ ਮਿਰਜ਼ਾ ਸਾਹਿਬ ਨੂੰ, ਐਵੇਂ ਉਹ ਵੀ ਨਹੀਂ ਮੰਨਦੇ, ਉਹਨਾਂ ਦਾ ਕੀ ਕਰ सकते हैं। लेकिन देखो मिर्जा साहब कह रहे हैं बिलाखिर हम ये भी जाहिर करना चाहते हैं कि हम इनसे इनकार नहीं कि हमारे बाद कोई और भी मसीह का मसील बनकर आवे, क्योंकि नबियों के मसील हमेशा दुनिया में होते रहते हैं, बल्कि खुदाए ताला ने कती और यकीनी पेशगोई में मेरे पर जाहिर मेरी ही ज़ुर्रियत से एक शख्स पैदा होगा जिसको कई बातों में मसीह से मुशाबत होगी, और वो आसमान से उतरेगा और ज़मीन वालों की राह सीधी करेगा, वो असीरों को रुस्तगारी बख्शेगा और उनको जो शुबात की जंजीरों में मुक़य्यद हैं रिहाई देगा। फरजंद दिलबंद गरामी अर्जमंद मजहरुल हक के वाला आला कान अल्लाह नज़र मिनस समा। अच्छा तारक चौहान साहब है वो? जी जी। अच्छा ये पैगामे सुलह 7 सितंबर 1913, पैगामे सुलह 7 सितंबर 1913 ये अखबार कढो, ਇਹਦੇ ਵਿੱਚ लिखे है लाहौरिया ने, हम हजरत मसीह मऊद अलैहिस्सलाम के खादमीन में से हैं, हमारे हाथों में हजरत अकदस हमसे रुखसत हुए, हमारा ईमान है कि हजरत मसीह मऊद मेहदी मऊद अलैहिस्सलाम अल्लाह ताला के सच्चे रसूल थे और इस जिंदगी की हदायत के लिए दुनिया में नाज़िल हुए, और आज आपकी मुताबत में ही दुनिया की निजात है, और हम इस अमर का इजहार हर मैदान में करते हैं और किसी की खातर अकायद को बेफजले ताला नहीं छोड़ सकते। कड्डो जी पैगामे सुलह 7 सितंबर 1913 कितनी स्टेटमेंट है?
ਸਾਜੀ ਤੁਹਾਡੀ ਜਿਹੜੀ ਇਹ ਪੈਗਾਮੇ ਸੁਲ੍ਹਾ ਹੈ ਇਹ ਕਿਹਦੀ ਹੈ, ਮੇਰੀ ਹੈ ਜਾਂ ਮਿਰਜ਼ਾ ਬਸ਼ੀਰ ਸਾਹਿਬ ਦੀ ਹੈ? ਨਹੀਂ ਮੈਨੂੰ ਦੱਸੋ, ਮੈਂ ਤੁਹਾਨੂੰ ਪੁੱਛ ਰਿਹਾ ਸਟੇਟਮੈਂਟ ਕਿਹਦੀ ਹੈ? ਦੇਖੋ ਜੀ, ਸਟੇਟਮੈਂਟ ਜਿਹਦੀ ਵੀ ਹੋਵੇ, ਜਦੋਂ ਤੁਹਾਡੇ ਆਫੀਸ਼ੀਅਲ ਅਖਬਾਰ ਦੇ ਵਿੱਚ ਸਟੇਟਮੈਂਟ ਆਈ ਹੈ ਤੇ ਇਹਦਾ ਰੱਦ ਤੁਸੀਂ ਕਰਨਾ, ਮੈਂ ਤੇ ਨਹੀਂ ਕਰਨਾ, ਨਾ ਮਿਰਜ਼ਾ ਬਸ਼ੀਰ ਸਾਹਿਬ ਕਰਨਾ। ਬੰਦੇ ਉਹ ਡੇਟ 1913 ਦੱਸ ਰਹੇ ਹੋ, ਉਹ ਡੇਟ 1913 ਦੱਸ ਰਹੇ ਹੋ। 1913 ਚ ਜਮਾਤ ਦੋ ਹਿੱਸਿਆਂ ਚ ਵੱਖ ਹੀ ਨਹੀਂ ਹੋਈ ਸੀ, ਉਦੋਂ ਤੇ ਲਾਹੌਰੀ ਜਮਾਤ ਆਈ ਨਹੀਂ ਸੀ ਕਿ ਲਾਹੌਰੀ ਜਮਾਤ ਦਾ ਪੈਗਾਮ ਸੁਲ੍ਹਾ ਸੀ। ਪੈਗਾਮੇ ਸੁਲ੍ਹਾ ਕਿਹਦਾ ਹਵਾਲ? ਮਫਾਦ ਬਸ ਮਫਾਦ। یہ بتائیں ایک منٹ ਇਹਦਾ ਹੱਲ ਕੱਢ ਲੈਣੇ ਆ ਹਫੀਜ਼ ਸ਼ੇਖ ਸਾਹਿਬ, ਇਹਦਾ हद ਕੱਢ लेने। 1914 میں جماعت علیحدہ ہوئی ہے 1914 میں। حفیظ شیخ صاحب اس کا حل نکال لیتے ہیں نا، اس کا حل پیغام صلح کا ایڈیٹر کون تھا؟ ہاں ایڈیٹر کون تھا یہ دیکھو، یہ بات اب آپ نے کی ہے، دیکھو اس کے اوپر لکھا ہوا مولوی محمد علی ایڈیٹر، پھر میرے سے بات کرو، ایڈیٹر دیکھو پھر میرے سے بات کرو۔ اور 1913 میں جماعت دو حصوں میں نہیں ہوئی تھی، یہ بھی ذہن میں رکھو، اس وقت پیغام صلح جماعت قادیان کا رسالہ تھا۔ اچھا اے تو میں گل دساں، اے مرزا بشیر صاحب نے اعتراض کیتا ہے جی اس اخبار دے تے، انہاں اے لکھیا کہ لاہوریاں دے بھی پہلے عقائد جڑے نے وہ ہی سن کہ وہ مرزا صاحب نو نبی تے رسول مانتے سن۔ جناب من میں نے آپ کو تاریخ بتا دی ہے کہ یہ اس تاریخ کا ہے جب جماعت لاہور قیام میں آئی نہیں ہوئی تھی اور مولانا محمد علی صاحب پیغام صلح کے ایڈیٹر نہیں تھے، اس وقت وہ تفسیر قرآن لکھ رہے تھے، ان کا کسی قسم کے رسالوں سے ایڈیٹنگ کا کوئی تعلق نہیں تھا۔ اچھا پیغام صلح دا ایڈیٹر کون سی جی دسو؟ دسو تسی نے حوالہ لیندا ہے سارے اخبار تہاڈی ہے، تہاڈے کول پوچھنے ہیں کہ ادا جواب تساں دینا کہ میں دینا؟ لوری صاحب لو جی ساڈے لو ہے جی جو جواب ہونا بھی 1913 میں پیغام صلح جماعت لاہور کا نہیں تھا جناب، یعنی کہ اخبار جھوٹی سی اس ٹائم، اخبار اس ٹائم جھوٹی سی نہیں تھا وہ جماعت لاہور کا۔ جماعت لاہور بھائی صاحب شیخ صاحب اے مرزا بشیر الدین محمود صاحب اعتراض کردے نے پے کہ تہاڈے لاہوریاں نے اے حلف دتے ہے پیغام صلح دے وچ، اور 1913 دا لاہوری ہے ہی نہیں سن ادوں تے لاہوریاں نے کتھوں حلف دے دیتا؟ حد ہو گئی بھائی، کردے پے ہو میں تے آنا کہ لاہوری کڈو جی اخبار کی 7 ستمبر وہی چارو چوہان صاحب وہی تے کہہ رہا نا کہ مرزا بشیر صاحب اعتراض کرتے ہیں پہ کہ محمد علی صاحب تے لاہوری جڑے نے یہ سارے پہلے مرزا صاحب نو نبی تے رسول ہی منتے سن، جدو اختلاف ہوا تے پھر انہاں انکار کیتا ہے، ایہی جو ایتھے اعتراض کر رہا پیا مرزا بشیر الدین محمود، ایہی اعتراض کردا پیا تے حلفیہ بیان پیش کردا پیا کہ حلفیہ بیان لاہوریاں نے دیتے ہے، اس ٹائم لاہوری نہیں سن، اس ٹائم مرزا صاحب نو رسول منن والے سن، او دے امتی سن مرزا صاحب دے۔ گل سمجھ آئی نا طارق چوہان صاحب؟ جی سمجھ آ گئی جی وہ یہی اعتراض کردا پیا کہ یہ اخبار لاہوریہ جماعت بنن تو پہلے دے جڑا انہاں نے حلفیہ بیان دیتے نے انہاں نو رسول مندے رہے نے، لیکن جدو پھر انہاں دے مسئلے مسائل بنے نے آپس وچ علیحدہ ہوئے نے تے پھر انہاں نے اپنی پٹری جڑی بدل لئی ہے، ایہی تے وہ ایتھے دے رہے ثبوت دے رہے کہ انہاں حلفیہ بیان دیتے ہے کہ اسی انہاں نو رسول مننے ہیں اور انہاں دی اطاعت دے وچ ہی اسی نجات سمجھنے ہیں۔ نہیں 1914 جدو سپلٹ ہویا آپ نے اپنی بات کیا، لاہوری نے اپنے آپ نو علیحدہ تشخص واسطے اے والے چینجز کیتے نا انہوں نے۔ آپ میری بات سنیں ابو بکر صاحب، آپ یہ جو اتنا بڑا حوالے دے رہے ہیں اس میں نہ تو مولانا محمد علی صاحب کا نام ہے اور اس کے علاوہ مرزا بشیر الدین محمود صاحب کی کریڈیبلٹی میں آپ کو بتاتا ہوں، آپ کو میں حوالہ بھیج دوں گا اگر آپ کہیں گے، شاید طارق چوہان صاحب کو میں نے بھیجا ہوا ہے، انہوں نے ایک کتاب کا نام لکھا ہے مرزا بشیر الدین صاحب نے، مجھے اس کا نام یاد نہیں ہے لیکن میں بھجوا دوں گا، میں نے بھجوایا بھی ہوا ہے طارق چوہان صاحب کو کہ یہ کتاب کا نام ہے مولوی محمد علی کی کتاب، اور اس کا صفحہ نمبر فلانا 513، اس کے اوپر انہوں نے لکھا ہوا ہے کہ میں حضرت صاحب کو جو ہے وہ نبی کریم اور حضرت عیسیٰ کے بعد اگر میں کسی کو نبی مانتا ہوں تو وہ مرزا غلام احمد صاحب ہیں، یہ مولانا محمد علی صاحب کی کتاب ہے۔ 1913 میں ایڈیٹر خواجہ کمال الدین صاحب تھے، 1913 میں پیغام صلح کے ایڈیٹر خواجہ کمال الدین صاحب تھے۔ میری بات مکمل ہوئی نہیں، میں جو کہہ رہا ہوں آپ کو کہ مرزا بشیر الدین صاحب نے کتاب کا نام لکھ کے کہ مولانا محمد علی صاحب کی یہ کتاب، یہ صفحہ نمبر، اس کے اوپر انہوں نے اتنی بڑی بات لکھی
ہے کہ آپ صلی اللہ علیہ وسلم کے بعد حضرت عیسیٰ اور حضرت عیسیٰ کے بعد اگر کوئی نبی ہے تو وہ مرزا غلام احمد ہیں. یہ مولانا محمد علی کی سٹیٹمنٹ، ان کی کتاب کا نام یہ اور صفحہ یہ. مولانا محمد علی صاحب تک وہ پہنچی، انہوں نے مرزا بشیر الدین محمود صاحب سے پوچھا یہ جو کتاب آپ نے اور صفحہ نمبر لکھا ہے یہ کتاب مجھے بھی بتا دیں کہاں ہے تاکہ میں بھی پڑھ لوں جو میری لکھی تھی. نہ تو یہ میری کتاب ہے، اور انہوں نے کہا کہ اتنی بڑی دلیری کہ نہ صرف کتاب کا نام صفحہ بھی لکھ دیا کہ صفحہ نمبر فلانا کے اوپر لکھ رہا ہے مولوی محمد علی. انہوں نے کہا یہ میری کتاب تو لا کے دو پہلے مجھے. جب ایک شخص اتنا بڑا جھوٹ بول سکتا تو وہ پیغام صلح میں کچھ نہیں لکھ سکتا 2-4 سطریں؟ آپ کے نام سے میں نے ایک کتاب منسوب کر دی، صفحہ بھی لکھ دیا اور بیان بھی لکھ دیا کہ کیا کہہ رہے ہیں کہ نبی کریم کے بعد حضرت عیسیٰ اور حضرت عیسیٰ کے بعد مرزا غلام احمد. آپ اس شخص کی بات کر رہے ہو کہ اس نے پیغام صلح کی 3 سطریں یہ لکھ دی ہیں، میں مان لوں گا. اچھا جی، اپنا ظاہر صاحب اپنا ایڈیٹر جڑے نے کمال الدین صاحب سن، خواجہ کمال الدین صاحب. جی خواجہ کمال الدین صاحب ایڈیٹر سے. پھر رولا مک گیا نا. ہوں فیشیا صاحب نہ منن تے انہاں دی مرضی. کیا خواجہ کمال الدین صاحب نے کی لکھیا کہ میرا تے محمد علی دا عقیدہ. منو پہلے تسی اور طارق چوہان صاحب نو بھیج دینا ماسٹر احمد حسین فرید آبادی. 2 ایڈیٹر نے جی، ماسٹر احمد حسین فرید آبادی. 1 منٹ ابو بکر بھائی، 1 منٹ. خواجہ کمال الدین صاحب ایڈیٹر نے، سب ایڈیٹر نے احمد حسین فرید آبادی. ہوں یہ بھی دسو کہ اس تحریر چ لکھیا ہے کہ مولوی محمد علی صاحب دا عقیدہ ہے، یہ بھی دسو. انٹرنیٹ پہ ہے گلاں یہ منسوب والا. کری حفیظ شیخ صاحب اتنے لکھی آئے کہ اے پیغام صلح سوسائٹی کا پہلا حلفیہ بیان اخبار پیغام صلح 1913 میں پیغام صلح سوسائٹی نے جاری کیا. پیغام صلح سوسائٹی دے جڑے سن اپنا اکابرین او دے وچ خواجہ کمال الدین اور محمد علی لاہوری، احسن امروہی وغیرہ سارے او دے وچ سن نا سوسائٹی دے وچ، او دے اکابرین دے وچ شامل سن. اس طرح نہ کرو ہن تسی نا، تانوں وچوں کس طرح کریے؟ تسی تانوں وچوں محمد علی دا کوئی حوالہ لبھیا نہیں. پہلے تسی کوشش کیتی کہ لاہوری جماعت دا رسالہ ہے، پھر تانوں سمجھ آ گئی 1913 تے لاہوری جماعت نہیں سی، اسی میں کی بیان دے بیٹھا. پھر تسی دوجا چینج کیتا، پھر تسی کیا محمد علی صاحب ایڈیٹر سن. ہن تسی چینج کیتا کہ محمد علی صاحب ایڈیٹر نہیں سن. ہن تسی بھائی جان اس بندے تے اللہ دی لعنت ہوے جنے آکھیا کہ محمد علی ایڈیٹر سی. کبو آمین. ہلی اتنے کہندے پے سو میں تے ہن او تے خدا دی لعنت ہوے جنے آکھیا ہوے کہ محمد علی ایڈیٹر سی. کبو آمین. طارق جان صاحب ابھی آپ نے تھوڑی دیر پہلے سنا نہیں کہ یہ لاہوریوں کا رسالہ اور اس کے ایڈیٹر مولوی محمد علی صاحب ایڈیٹر تھے اس وقت، جو 1913 کا تو نہیں انہوں نے کہا تھا. سننے میں غلطی لگی ہوگی شاید آپ کو. حفیظ شیخ صاحب اپنے کول ہی نہ گلاں چھڈی آیا کرو. خواجہ کمال الدین صاحب جو تھے ریپریزنٹیٹیو تھے محمد علی، یہ تو بات جو ہے اس سے تو آپ انکار کر نہیں سکتے. ٹھیک ہے، ہاں نہیں، خواجہ کمال الدین تو محمد علی کا. خواجہ کمال الدین صاحب ریپریزنٹیٹیو تھے مولوی محمد علی کے. مولوی محمد علی تھے، کیا بات کر رہے ہیں؟ خواجہ کمال الدین صاحب جو تھے وہ مولوی محمد علی کے ساتھی تھے نا، مطلب امیجیٹ، جیسے حکیم نور الدین صاحب مرزا صاحب کے تھے. ساتھی ہوتے تو اتنا رولا نہ پڑتا نا، نہ ان کو منواتے نور الدین صاحب کی وفات کے اوپر، وہ مرزا صاحب کی وفات پہ نہ منواتے ان کو، جس کا بعد میں جا کے بشیر الدین کو کہتے رہے ہیں کہ میرے سے غلطی ہو گئی ہے. خواجہ کمال الدین بھی تو جماعت احمدیہ لاہور میں چلے گئے تھے نا، ساتھ ہی مولوی محمد علی چلے گئے تھے. ان کو سمجھ آ گئی تھی نا غلطی کی، آ گئی تھی، کی تھی انہوں نے غلطی، ان کو پھر سمجھ آ گئی تھی تو پھر جانا ہی تھا. انہیں سمجھ آ گئی تھی کہ یار محمد علی ٹھیک کہہ رہا ہے. یہی ہم کہہ رہے ہیں بھائی، یہی ہم غلطی ہو گئی تھی نا، ان کے ساتھی تھے. ہاں ساتھی تھے، میں کب کہہ رہا ہوں کہ ساتھی نہیں تھے، میں یہ کہہ رہا ہوں کہ ساتھی ہوتے ہوئے ان سے غلطی ہو گئی اور اس کو غلطی کا احساس بھی ان کو ہو گیا. لیکن اور انہوں نے پتہ کیا کہا تھا جب غلطی مرزا بشیر الدین محمود کو کہا ہمارے سے غلطی ہو گئی ہے، وہ نہیں مانا
तो आके मौलवी मोहम्मद अली साहब को कहने लगे कि बशीरुद्दीन अब हमारे हाथ से निकल गया, वो नहीं किसी सूरत में राजी हो रहा। ये कहा उन्होंने आके, ये मैं आपको भेजूंगा वाला तारिक चौहान साहब, पढ़िएगा। ठीक है। उन्होंने कहा कि मौलवी मोहम्मद वो अपना मिर्जा बशीरुद्दीन महमूद हमारे हाथ से निकल गया, यानी वो हूँ मैं गलती मान भी रहा ਤੇ ਉਹ ਬੰਦਾ ਉਸ ਵੇਲੇ ਤੇ ਉਸ ਵੇਲੇ ਖੁਸ਼ ਹੋ ਗਿਆ ਸੀ ਕਿ ख्वाजा ਕਮਾਲੁद्दीन ਸਾਹਿਬ ਖਿਲਾਫਤ ਕਾਇਮ ਕਰਦੇ ਪਏ ਨੇ, ਮੌਲਵੀ ਮੁਹੰਮਦ ਅਲੀ ਨੂੰ ਚੁੱਪ ਕਰਾ ਲਿਆ। ਉਸ ਵੇਲੇ ਤੇ ਖੁਸ਼ ਹੋ ਗਿਆ, ਜਦੋਂ ਗਲਤੀ ਦਾ ਅਹਿਸਾਸ ਦਵਾਇਆ ਤੇ ਉਹਨੇ ਕਿਹਾ ਚੱਲ ਭੱਜੋ ਹੁਣ ਇਥੋਂ, ਹੁਣ ਕੀ ਸਮਝਿਆ ਕਿ ਤੇਰੀ असल गलती मैं बात माफ है कर कि दिया। मौलवी मोहम्मद अली साहब और हकीम नूरुद्दीन साहब ने ये जो खिलाफत का टंटा चलाया ना, ये उसमें वो मौलवी मोहम्मद अली साहब का भी कसूर है कि उन्होंने ऐन वक्त पे उस वक्त नहीं कहा, मसलियत के लिहाज से चुप हो गए। उस वक्त था हक बात करने की बात, क्योंकि मिर्जा साहब के अलवसीयत में तो लिखा ही नहीं हुआ ऐसी कोई बात के उनके बाद कोई खिलाफत जारी होगी। ये तो फिर आप ख्वाजा फिर वो कमालुद्दीन थोड़ा साहब मतलब से चुप रहे। इसके मिर्जा जवाब दे, हकीम ख्वाजा नूरुद्दीन साहब के कमालुद्दीन साहब को होना चाहिए कि जब मौलवी 1908 से 1914 तक 6 साल, नहीं तो फिर वो उस वक्त भी चुप रहे थे जब मिर्जा बशीरुद्दीन महमूद ने कब्जा कर लिया था खिलाफत पे। उस वक्त उन्होंने ये थोड़ा कहा था तारिक चौहान साहब कि मुझे खलीफा बना दो, इसको ना बनाओ। और भाई ये ये कहा नहीं था हम कह रहे वो खलीफा बनना चाहते थे या नहीं, वो तो खिलाफत मानते ही नहीं थे, हाँ तो फिर उन्होंने खुद तो नहीं बनना था, लेकिन उस वक्त उनको फिर चुप रहना चाहिए था, इस वजह से कि पहले चुप चुप रहे इसलिए थे। नहीं रहे नहीं, थे यहाँ पे मसला ये है ना तारिक चौहान साहब कि ख्वाजा कमालुद्दीन साहब और मोहम्मद अली लाहौरी साहब ये तो बेनिफिशरी थे उस वक्त, क्योंकि अंजुमन का हिस्सा थे, ये तो बेनिफिशरी थे। रोला तो खिलाफत में पड़ना था ना, जब खिलाफत ने अंजुमन ख़त्म करनी थी तभी रोला पड़ना था, तभी उन्होंने बोलना था, वरना तारिक चौहान बेनिफिशरी वो साहब थे। तारिक चौहान हाँ साहब एक वजह मेरी उनकी दोनों चुप वजह रहने की की बात ये थी, उसमें आप बदयानती मत लाएं। चुप रहने की एक वजह ये थी कि ख्वाजा कमालुद्दीन साहब के अकायद और हकीम नूर मसीह मौद से मुतल्लिक वही थे जो मौलाना मोहम्मद अली साहब के थे, कबीले जो भी उनके करे अकायद चुप मुख्तलिफ रहे नहीं थे, थे, वो लेकिन वजह मिर्जा वो वजह बशीरुद्दीन थी, महमूद चुप साहब तो ने रहे आके नहीं। टोटली हेलो जी, चेंज कर दिए। क्या पैगाम सुला भी मिलो ला उन्होंने गया जी। हेलो 7 सितंबर 1913 ਦਾ ਤੁਹਾਨੂੰ ਉਹ ਕਹਿੰਦੇ ਲਿਖੇ ਮੂਸਾ ਤੇ ਪੜੇ ਖੁਦਾ, ਉਹ ਕੌਣ ਪੜਿਆ ਇਹਨੂੰ ਹੁਣ ਇੱਥੋਂ ਕੋਈ ਸਾਨੂੰ ਕੋਈ ਦੂਰਬੀਨਾਂ ਵੀ ਤੇ ਭੇਜੋ ਵੱਡੀਆਂ ਸੀਗੀਆਂ, ਦਿਓ ਨੰਬਰ ਮੈਂ ਤੁਹਾਨੂੰ ਸੈਂਡ ਮੁੰਡਾ ਤੋਂ ਕਰਨਾ, ਵੱਡਾ ਦਿਓ ਕਰਕੇ ਨੰਬਰ, ਪੜੀਏ। ਇੰਝ ਦਿਓ ਪਤਾ ਨੰਬਰ ਲੱਗਦਾ ਤੁਹਾਨੂੰ ਸੈਂਡ ਕਰਾਂ ਮੈਂ। ਇਹ ਤੁਸੀਂ ਤਾਰਿਕ ਚੌਹਾਨ ਸਾਹਿਬ ਨੂੰ ਸੈਂਡ ਕਰਦੇ ਮੈਨੂੰ ਕਰ ਦੇਣਗੇ। ਇਹ ਹੁਣੇ ਗਿਆ ਤਾਰਕ ਚੌਹਾਨ ਸਾਹਿਬ ਨੂੰ। मोहम्मद कर दे, मैंने उनको भेज देंगे। ਹਾਂ ਬਸ ਠੀਕ ਹੈ, ਤਾਰਿਕ ਚੌਹਾਨ ਸਾਹਿਬ ਮੈਨੂੰ ਭੇਜਣਾ, ਭੇਜ ਦੇਣਾ ਹੈ ਨਾ ਕਿ ਭੇਜੋ ਨਾ ਫਿਰ। अभी भेज दूंगा। हेलो कर लो वो जरा बड़े अपना अबू बकर भाई। ਅੱਛਾ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸਾਂ ਅਬੂ ਬਕਰ ਭਾਈ, ਪੈਗਾਮੇ ਸੁਲ੍ਹਾ ਦਾ ਪਹਿਲਾ ਸ਼ੁਮਾਰਾ ਜਿਹੜਾ ਨਾ ਉਹ ਅਗਸਤ ਦਾ ਜੇ। ਇਹ ਵੱਡਾ ਕਰਾਂ ਇਹਨੂੰ। ਇਹਨੂੰ ਹਾਂ ਐਡੀਟਰ ਇਹ ਵਿਖਾ ਦਿਓ ਵੀ ਐਡੀਟਰ ਕੌਣ ਸੀ, ਐਡੀਟਰ ਵਿਖਾ ਦਿਓ। ਅਕਤੂਬਰ 1913 मैनू ਮੈਂ ਹੁਣੇ ਭੇਜਣ भेज ਲੱਗਾ, देता है मैनू। ਹੁਣੇ ਭੇਜਣਾ। ठीक ਇਹ ਇੱਕ ਗਲਤ ਫਹਿਮੀ ਦਾ ਜ਼ਾਲਾ। ਅੱਛਾ ਹਫੀਜ਼ ਸ਼ੇਖ ਸਾਹਿਬ, ਇੱਕ ਗੱਲ ਮੈਨੂੰ ਵੀ ਦੱਸਣਾ ਤੁਸੀਂ ਕਿ 1914 ਤੋਂ ਪਹਿਲੇ ਮੁਹੰਮਦ ਅਲੀ ਲਾਹੌਰੀ ਸਾਹਿਬ ਜਾਂ ख्वाजा ਕਮਾਲੁद्दीन ਸਾਹਿਬ ਇਹਨਾਂ ਦੀ ਕੋਈ ਤਹਿਰੀਰ ਹੈ, ਇਹਨਾਂ ਨੇ ਮਿਰਜ਼ਾ ਸਾਹਿਬ ਦੇ ਦਾਅਵਾ ਨਬੂਵਤ ਤੋਂ ਇਨਕਾਰ ਕੀਤਾ ਹੋਵੇ? ਦਾਅਵਾ ਨਬੂਵਤ ਤੋਂ ਤਾਂ ਇਨਕਾਰ ਕਰਦੇ ਕਿ ਜੇ ਉਹਨਾਂ ਨੇ ਦਾਅਵਾ ਕੀਤਾ ਹੁੰਦਾ, ਜਦੋਂ ਉਹਨਾਂ ਨੇ ਦਾਅਵਾ ਹੀ ਨਹੀਂ ਕੀਤਾ ਸੀ ਇਨਕਾਰ ਕਾਹਦਾ ਕਰਦੇ, ਕਿ ਉਹਨਾਂ ਨੇ ਦਾਅਵਾ ਤਾਂ ਨਹੀਂ ਕੀਤਾ ਅਸੀਂ ਇਨਕਾਰ ਪਹਿਲੇ ਕਰ ਦਿੰਦੇ ਹਾਂ, ਦਾਅਵਾ ਹੈ ਨਹੀਂ ਸੀ ਤਾਂ ਇਨਕਾਰ ਕਿੱਥੋਂ ਕਰਦੇ।
مطلب تواڈے کہنے دا مطلب ہے کہ دعویٰ نبوت جڑا ہے عرصہ گزارا ہے مرزا صاحب کے ساتھ قادیان میں، وہ کہتے ہیں نا کہ ان کا دعویٰ نبوت ہے لیکن میں نہیں مانتا ہوں. دعویٰ تو ہے ان کا، حضرت مسیح موعود کا دعویٰ نبوت تو ہے، لیکن میری سمجھ میں یہ آتا ہے کہ یہ نہیں ہے، میں نہیں مانتا. پھر تو بات تھی کہ ہاں بھائی تھا دعویٰ، جب دعویٰ نہیں تھا تو انکار کا کیا؟ مطلب آپ کے نزدیک دعویٰ 1914 کے بعد بشیر الدین محمود صاحب نے کیا؟ ہاں جی، حکیم نور الدین صاحب کی تحریر میں آپ کو بھجوا دوں گا، ان کی ہاتھ کی تحریر ہے، اور اس کو کیونکہ وہ ہمارے سے اتنے پڑھی نہیں جاتی لیکن غور کریں تو پڑھی جاتی ہے، وہ میں طارق چوہان صاحب کو بھجواؤں گا، آپ ان سے لے لیجئے گا. اس میں انہوں نے لکھا ہوا ہے حکیم نور الدین صاحب نے ان کے فوت ہونے کے بعد خلیفہ بننے پر کہ میں ان کو مجدد اور محدث مانتا ہوں. ورنہ لکھتے نا کہ میں نبی مانتا تھا، اب میں مجدد اور محدث مان رہا ہوں ان کی وفات کے بعد. چینج ہے ہی وہ مجدد تھے، وہ مجدد کی انہوں نے ذلی نبی کہا ہے، برودی نبی کہا ہے. تو وہ ساتھ لکھتے ہیں نا طارق چوہان صاحب، میری بھی بات سنیں، وہ ساتھ لکھتے ہیں کہ میں ان کو مجدد محدث مانتا ہوں اور ذلی اور بروزی طور پر میں ان کو اللہ کا نبی اور رسول بھی مانتا ہوں. مجدد ہی ذلی بروزی نبی ہے تو وہ خاص علیحدہ لکھنے کی کیا ضرورت تھی جب مرزا صاحب نے یہی بات بار بار کہی ہے میں ذلی بروزی نبی ہوں. تو بس پھر آپ میرے سے کاہے کو جھگڑ رہے ہیں؟ میں طارق چوہان صاحب پھر رولا کی ہے گل یہ بھی تے سانوں بھی تے سمجھاؤ نا، اے جڑی خلافت گروپ تے عہدہ تے تہاڈا رولا صرف ہے یہ کہتے ہیں ان کو ماننا ضروری نہیں. مرزا صاحب کہہ رہے ہیں مجدد کا منکر فاسق ہے، یہ کہتے ہیں ان کو ماننا ضروری نہیں ہے ضروری مجدد کا ماننا، یہ مرزا صاحب نے کہا، وہ بھی میں آپ کو بھجوا دوں، بھجوانا ہے. پھر میں ان سے پوچھوں گا کہ اب بتاؤ مرزا صاحب کہہ رہے ہیں کہ مجدد اور مجدد کا ماننا ضروری نہیں ہے، من کفر بعد ذالک فاولائک من کفر بعد ذالک فاولائک هم الفاسقون، مجدد کا منکر فاسق ہے. تو یہ جھوٹ لکھا ہے انہوں نے؟ نہیں، میں جو آپ کو حوالہ کہہ رہا ہوں کہ میں دوں گا جس میں حضرت صاحب نے لکھا ہے کہ مجدد اور مجدد کا محدث اور مجدد کا معنی نہیں ہے، تو پھر اسی کا جواب دیا جو آپ حوالہ پیش کرتے ہیں، اسی کو تو ایڈریس کیا انہوں نے حقیقت الوحی میں. پھر آپ مجھے فاسق کیوں کہہ رہے ہو جب میں کہہ رہا ہوں کہ انہوں نے کہا کہ ماننا ضروری نہیں ہے؟ تو میں تو مانتا ہوں ان کو، میں مانتا ہوں. نہیں، انہوں نے کہا مجدد کا منکر فاسق ہے، تو میں آپ کو فاسق ہی کہوں گا. اچھا چلیں، آپ مجھے دکھائیے گا، مجھے بھیجیے گا، میں آپ کو بھجواؤں گا. بس آپ یہ نہیں کہہ سکتے کہ حفیظ جو ہے وہ یہ بات غلط کہہ رہا ہے کہ حضرت مرزا صاحب نے یہ بات لکھی ہے کہ مجدد اور محدث کا ماننا ضروری نہیں ہے، یہ غلط کہہ رہا ہے، ایسی کہیں انہوں نے نہیں کی ہے. آپ نے ثابت کرنا ہے، میں آپ کو بار بار اس کا ذکر کرتے ہیں. تریاق القلوب کا آپ حوالہ دے رہے ہیں، میں نے پڑھا ہوا، اسی کو تو اعتراض کیا تھا مرزا صاحب پہ حقیقت الوحی میں سوال نمبر 6 پہ، اسی کا انہوں نے جواب دیا. جو مجھے نہیں مانتا، جو مجھ کو کافر کہتا ہے، وہ مجھے اسی لیے نہیں مانتا کہ مجھے کاذب سمجھتا ہے، اور یہ سب سے بڑا کفر ہے کہ ایک سچے کو کاذب سمجھنا، تو وہ خود بڑا کافر ہے. اور جو مجھے نہیں مانتا وہ اللہ رسول کو نہیں مانتا. تو پیچھے مسلمان کہاں سے رہ گیا وہ؟ اچھا طارق چوہان صاحب پہلے ਮੈਨੂੰ ਇਹ ਦੱਸੋ ਕਿ ਤੁਹਾਡਾ ਨੰਬਰ ਉਹੀ ਚੱਲਦਾ ਪਿਆ? ਮੈਂ ਤੁਹਾਨੂੰ ਉਹਦੇ ਪਹਿਲੇ ਅਲਫਜ਼ਲ ਦਾ ਵੀ ਅਖਬਾਰ ਭੇਜਿਆ ਸੀ ਉਹ 1924 ਦਾ, ਤੁਸੀਂ ਹਾਲੇ ਤੱਕ ਕੋਈ ਨਹੀਂ ਵੇਖਿਆ? میں ਤੁਹਾਨੂੰ نمبر اپنا بھیج دینا دوبارہ. ابو بکر انصار فارورڈ کر دینا، میں سینڈ کرو. اچھا میں چلو طارق چوہان صاحب ایک بات کا مجھے جواب دیں. آپ کو تو ابھی چھوڑے ہوئے زیادہ عرصہ نہیں ہوا خلافت والی جماعت، آپ تو شروع سے ہی پیدائشی طور پہ تھے اور اتنے عرصہ تک رہے. آپ مجھے یہ بتائیں کہ قادیان میں مرزا صاحب کی جو قبر کا کتبہ تھا وہ تھا جس وقت وہ فوت ہوئے، اور وہ کتبہ خلیفہ نور الدین صاحب کے ہاتھ کا لکھا ہوا تھا. اس کے اوپر لکھا ہوا تھا رئیس قادیان مرزا غلام احمد مجدد صد چار دہم، بس یہ لکھا ہوا تھا. وہ والا کتبہ کہاں گیا؟ اور اب جو لگا ہوا ہے اس کی تحریر پڑھ لیں، اور جو تحریر میں نے بتائی ہے، دونوں تحریریں سامنے رکھ کے. اس وقت آپ تو خلافت والے ہی تھے نا، آپ بتائیں کہ وہ کتبہ کیوں چینج کیا تھا؟ آج کے پوائنٹ اس سے نہ بتائیے گا کہ آپ جمبا گروپ میں ہیں، قادیان گروپ میں اصل بات رہتے یہ ہے کہ یہی بات میں آپ کو بار بار کہہ رہا ہوں، مرزا صاحب مجدد تھے بھائی. مجدد کو انہوں نے کہا وہ ذلی بروزی نبی ہوتا ہے. میں نے یہ نہیں پوچھا کہ وہ کیا تھے، میں یہ انہوں نے پوچھ رہا چینج ہوں کر لیا. مجھ سے کیوں پوچھ رہے ہیں؟ میں نے چینج نہیں کیا جا کے. نہیں مجدد لکھا ہوتا ٹھیک تھا، کوئی اس میں بات نہیں. نہیں جو اب لکھا ہوا ذلی بروزی نبی کہہ رہے ہیں. میں نے یہ نہیں پوچھا کہ یار، میں نے یہ پوچھا ہے وہ کتبہ چینج کرنے کی ضرورت کیوں پیش آئی، کیوں چینج کیا، اور تحریر کیوں چینج کی؟ یا تو نیا کتبہ لگا دیتے سیم تحریر پہ، تحریر کیوں چینج کی؟ تو مجھ سے کیوں پوچھ رہے ہیں؟ میں نے تحریر چینج کی ہے. آپ اس جماعت میں تھے اس وقت؟ آپ اس جماعت میں تھے؟
تو میں جماعت میں اچھا تھا تو جماعت حفیظ والوں سے شیخ صاحب، پوچھ کے تحریر حفیظ چینج شیخ کرتے صاحب ہیں۔ یہ کتبہ کب چینج ہوا ہے 1914 کے بعد؟ جی ہاں جی، خلیفہ نور الدین صاحب کی وفات کے بعد جس وقت جماعت لاہور چلی گئی، علیحدہ ہو کے چھوڑ کے چلے گئی، اس کے بعد نہیں، یہ انہوں نے کہا یار اس کو چینج کرو یار، ان کی تحریر بھی تاریخ چینج کرو۔ احمدیت میں کہیں اس کا ذکر ہے خطبے اپنا اس کا خطبے کا؟ ان کو پتہ ہوگا، ان کی ان میں نہیں آگے ویسے نہیں میں مجھے نے نہیں اتنا پڑھا، لیکن کیونکہ مرزا بشیر الدین محمود نے حکیم نور الدین کے وقت تو یہ نہیں لگایا ظہور قدرت ثانیہ، مقام ظہور قدرت ثانیہ والا بورڈ مرزا یہ بشیر سارے الدین بورڈ محمود نے بعد میں خود لگائے، لگایا تھا۔ یہ مرزا یہ سارے محمود نے بورڈ انہوں جب نے بعد میں یہ لگائے، ہاں یہ سارے کتبہ بھی چینج کتبے کیا، بعد میں بورڈ شوٹ بعد میں لگائے ہیں انہوں نے، ہاں کتبہ بھی چینج کر دیا۔ کتبہ بھی چینج کر دیا۔ ہاں جو لیکن کتبہ اصل چلو بات ہے چینج ہی اب ہوتا جو نا، اچھا، کتبہ ہے ابو بکر میرزا، میں نے تاریخ کتبہ اگر احمدیت کتبہ ہے پڑھی اس میں ہے۔ کوئی ایسی تحریر تو نہیں جو مرزا صاحب کی نہیں ہے بات۔ طارق چوہان صاحب، میں نے تاریخ احمدیت پڑھی ہے، مجھے بھی یہ کتبے والی میں نے شروع سے لے کے پڑھی ہے، مجھے کتبے ہاں والی بات کہیں نہیں ملی ہاں میں تاریخ نے بھی نہیں احمدیت میں۔ ویسے سنا، اس کے متعلق نہیں پڑھا ہوا کہ قصبہ کب چینج کیا گیا، مقصد کیا تھا، کیا خراب ہو گیا تھا پہلا، یہ کیا نہیں کچھ نہیں دیکھیں پتا۔ خراب ہو جاتا، طارق صاحب خراب ہو گیا من سمجھ آتی ہے، ٹوٹ پھوٹ کا شکار ہو گیا، تبدیل کر کے تو وہی عبارت والا لگنا چاہیے تھا نا۔ اب اور مجھے بتائیں کہ ابھی حفیظ اب شیخ نہیں صاحب آپ اب کیسے نادان ہیں ہاں، بھئی، مرزائیت تو ہے اس چیز پہ، وہ تو مرزا صاحب کو صاحب کتاب نبی کہتے ہیں، وہ شرعی نبی بھی کہتے ہیں، تو تو پھر وہ میں کہہ یہی رہے ہیں ثابت کرنا کہ میں یہی ثابت مرزا کرنا صاحب چاہ رہا ہوں امتی کہ کہنا بھی گناہ ہے ان کو۔ انہوں نے تحریر ایسی لکھی کتبے پہ جس سے یہ بھی ثابت ہو جائے کہ وہ نبی تھے، اور تاکہ ہاں آپ اپنی خلافت کو بھی ثابت انہوں کر نے سکیں کہ خلافت وہ نبی چلانی تھے، تھی میں نا، خلیفہ ہوں۔ ظاہر ہے یہی وجہ ہاں ہے، تو انہوں پھر نے اپنی خلافت چلانی تھی۔ یہ بتائیں نا لوگوں کو کہ کتبہ تو چینج میں تو ہونے سے یہی کیا سارا وقت مقصد تو ہے۔ یہی بتاتا ہوں، مرزا صاحب کا مقام غلو ہاں کر کے اتنا بڑھا دیا تاکہ ہاں، خلافت چلائی جا سکے، اور جھوٹا کہہ یہی تو دیا جی بتاتے ہیں لوریوں ہم۔ کو، بھاگ گئے، چھوڑ گئے، ڈر گئے، ڈرپوک، یہ وہ فلانا ٹمکانا۔ لاہوری ڈر گئے، بھاگ گئے، بزدل تھے، یہ اپنی جگہ درست بات ہے، یہ فیکٹ ہے۔ وہ آپ سمجھتے ہیں نا، میری بات سنیں، جب 100 بندے ہوں، میرے ایک بات بتائیں طارق صاحب، آپ خود انصاف کریں، 100 بندے ہوں، اس میں سے 70 جھوٹے ہوں، وہ آپ کے ساتھ مل جائیں، 30 سچے ہوں وہ میرے ساتھ ملیں، میں کیا مقابلہ کروں آپ کا؟ میں کیا کروں، 30 لے کے آپ پہ یلغار کر دوں؟ میں کہہ رہا ہوں جب حکیم نور الدین نے خلافت شروع کی تھی نا، اس وقت مرزا مولوی محمد علی صاحب کو جو چپ ہو گئے تھے نا، یہ ان کی بزدلی ہے، میں اس کی بات کر رہا ہوں۔ مجھے نہیں پتا، ہم تو اس وقت ابو نہیں تھے۔ بکر بھائی، وہ تینوں سکین آپ کے میں نے بھیج دیے طارق چوہان صاحب کو۔ جی ہاں ٹھیک ہے، میں دیکھتا ہوں۔ چلیں طارق صاحب آپ مجھے بھجوا دیجیے گا، میں ذرا باہر بچے کو اسکول سے لینے جا رہا ہوں، میں تھوڑا بزی ہو جاؤں گا، پھر بات ہوتی ہے۔ اوکے۔ طارق چوہان صاحب یہ ذرا اچھی طرح چیک کرنا، چوہان صاحب یہ ذرا اچھی طرح چیک کرنا، 7 ستمبر 1913 کا ایک حوالہ ہے، اس میں حلفیہ بیان جو دیا گیا ہے نا، وہاں پہ انہوں نے قبول کیا ہوا ہے کہ ہم مرزا صاحب کو رسول مانتے ہیں اور دنیا کی نجات کا ذریعہ انہی کو سمجھتے ہیں، ان کی اطاعت میں دنیا کی نجات ہے، یہ حلفیہ بیان ان کا موجود ہے۔ اور دوسرے سکین میں اسی اخبار کے ایڈیٹر نے جو ہے اس کو اون کیا ہوا ہے اس اخبار میں کہ اگر ہمارے اوپر کوئی بھی اعتراض ہو تو ہمارے جو کالم ہیں وہ حاضر ہیں۔ اس کے بعد میں نے آپ کو محمود صاحب کا، مرزا بشیر الدین محمود صاحب کا حوالہ بھیجا ہے، اس کے اندر انہوں نے جناب یہی اعتراض انہوں نے کیا ہوا ہے کہ یہ جو لاہوری جماعت کے اکابرین ہیں، یہ جو پیغام صلح اخبار ہے، یہ سوسائٹی جو لاہوری سوسائٹی ہے، پیغام صلح سوسائٹی، ان کی طرف سے یہ شائع ہوتا تھا، اور ظاہر ہے ان کے جو ایڈیٹر ہیں وہ حاجہ کمال الدین تھے، اور ان کے ساتھی ہیں یہ سارے محمد علی لاہوری وغیرہ، احسن امروہی وغیرہ، جی یہ سارے ایک طرف ہی تھے نا، تو یہ بالکل۔ اسی سوسائٹی کی طرف سے یہ شائع ہوتا تھا۔ اور محمود صاحب نے یہی اعتراض کیا ہے کہ انہوں نے پہلے جو مانتے تھے وہ ان کو رسول ہی مانتے تھے اور نجات دہندہ سمجھتے تھے ان کو، تو بعد میں جب خلافت کا ان کا جھگڑا شروع ہوا تو اس کے بعد انہوں نے پھر چھوڑ دیا سارا کچھ ہی اپنا بدل لیا۔ اچھا میرے پاس دوسرا سکین بھی پڑا ہوا ہے جس میں انہوں نے اس غلطی کا ازالہ کیا ہے نا کہ جی ہاں ہمارے اوپر یہ اعتراض ہے، وہ بھی میرے پاس سکین پڑا ہوا ہے، لیکن ہاں یہ وہ 3 مجھے سکین بھجوائیں۔ ضروری ہے،
یہ وہ تین مجھے سٹیم مانیں گے. ضروری ہے. یہاں پہ یہ ساری بات ہی واضح ہو جاتی ہے کہ لاہوریوں ہاں کے عقائد بالکل وہی تھے پہلے کہ جو ان کے مدعیوں کے آج کل یہ مطلب محمودی جماعت کے ہیں. بالکل سب کے عقائد یہی تھے. حکیم نور الدین کو خلیفہ انہوں نے مان لیا. اب یہ بعد میں کہانیاں سناتے ہیں جی وہ اس وقت یہ ہوا فلانا ہوا ہم چپ کر گئے فلانا. بھئی اصل بات یہ ہے کہ اگر یہ اس وجہ سے چپ ہوئے کہ جی ہم کہتے جی فساد نہ ہو تو پھر فساد کیوں کیا مرزا بشیر الدین محمود کے وقت میں؟ اس کو مان لیتے. پھر جب ایک دفعہ فساد نہیں ان کو پسند آیا تو پھر فساد کیوں کیا؟ اس کا مطلب یہ ہے کہ اس وقت ان کو پکا پتہ چل گیا تھا کہ اب ہم نے اپنی کوئی نئی بنانا ہے جماعت حکیم مرزا بشیر الدین محمود سے علیحدہ. پھر انہوں نے اس کو تھوڑے سے اس میں چینجز کر دی. وہ نبی نہیں تھے اور یہ کہ جی ان کو ماننا ضروری نہیں، یہ باتیں انہوں نے خود ہی لگا دیں تاکہ ہمارا علیحدہ تشخص ہو. اور اس کا مقصد یہ تھا کہ ہم مسلمانوں میں پاپولر ہو جائیں گے شاید اس طرح سے. پر ہاں بس مسلمان یہی تو مقصد آپ ہو کو سکتا ہے. مرزا صاحب کا پیروکار ہی مانیں گے نا، آپ چاہے ان کو کچھ کہتے رہیں. اور دوسرا دیکھیں یہ کس طرح کی بات کرتے ہیں کہ جی وہ سیم وہی سٹوری ہو جاتی ہے کہ وہ طلت ملک طلت ہے نا، ملک ہاں طلت اور طاہر امجد ٹونی صاحب، ان ہاں دونوں کا آپس میں ہو گیا مناظرہ. اب ایک جو ہے وہ نبی مانتا ہے، ایک جو ہے وہ طاہر ٹونی صاحب کا آپ کو پتہ ہی ہے وہ کیا مانتے ہاں ہیں. ہاں تو ان دونوں کا ہوا مناظرہ ہونے کے بعد وہ بمباسٹک صاحب ہے نا، ان کا نام شاید طارق جمیل ہے، وہ ہاں ہاں بمباسٹک صاحب کہتے ہیں اوے کوئی سانو بھی تے دسو مرزا صاحب دا عقیدہ ہے کی سی، انہاں دا دعویٰ ہے کی سی، اسی ایویں ہی سارا دن مسلماناں کولوں بھی لتر کھاویے تے پتہ لگے کہ مرزا صاحب دا کوئی دعویٰ ہی کوئی نہیں سی. ہاں بالکل. یہ جی ہاں شیخ صاحب جو ہے ان کی بھی وہی حالت ہے کہ اچھا سارا طارق دن سلیل بھی ہوتے ہیں. اچھا طارق چوہان صاحب، یہ جی حفیظ شیخ صاحب میرے خیال چلے گئے ہیں. جی پیر میر علی شاہ صاحب کی جو کتاب تھی نا شمس الہدایہ، اس کے جواب میں احسن امروہی صاحب سے ایک کتاب لکھوائی تھی مرزا صاحب نے، شمس بازگاہ. ہاں ہاں بالکل بالکل. ٹھیک ہے. اب لاہوری اور چلیں قادیانی جماعت سے تو وہ نکل گئے نا، احسن امروہی صاحب وہ مرزا محمد علی ہاں جی اپنا محمد علی لاہوری صاحب اور ان کے ساتھ خواجہ کمال الدین کے ساتھ وہ چلے گئے، انہوں ہاں نے اپنا ایک گروپ بنا لیا. ہاں اچھا لاہوری گروپ کو تو چاہیے تھا نا کہ وہ کتاب جو ہیں ان کی وہ اپنی ویب سائٹ پہ کم از کم رکھتے، ہوں وہ وہاں پہ بھی نہیں ہے شمس بازگاہ. وہ آپ کے پاس ہے شمس بازگاہ؟ اب میرے پاس اس کا PDF ہے. اچھا تو اس میں نبوت کے متعلق کیا کیا مرزا اس پہ صاحب کی نبوت؟ یار وہ میں نے تفصیلاً نہیں پڑھی کیونکہ میں نے کچھ آرٹیکل جو تھے نا انہوں نے پیر میر علی شاہ صاحب کو جواب دیے تھے جو شمس الہدایہ کے، وہ میں نے پڑھے ہیں. کیونکہ وہ مرزا صاحب سے متعلق تو اس میں ہے نہیں. مرزا صاحب نے جو یہ وفات مسیح کا اور یہ عقائد جو بیان کیے تھے اس کے اوپر پیر میر علی شاہ صاحب نے جو اعتراضات اٹھائے تھے نا اس کے جواب ہیں اس میں کچھ نا، اس بارے پہ گفتگو ہے. مرزا صاحب شاید کہیں پہ آگے ہو تو وہ دیکھنا پڑے گا دوبارہ. تو اگر آپ کے پاس PDF تو وہ مجھے بھیج دیں، میں بھی چیک کر لوں گا. وہ کہیں آرکائیو میں پڑی ہے، میں دیکھتا ہوں، میں آپ کو سینڈ کر دوں گا اس کا نا PDF. میرے پاس ہے PDF میں پڑی ہوئی ہے، بڑا عرصہ پہلے میں نے پڑھی تھی تو ابھی تک آرکائیو میں نے رکھی ہوئی ہے جو اس میں PDF میں پڑی ہوگی وہ شمس بازگاہ. اچھا وہ کتاب جو ہے نا تو مجھے جماعت احمدی، حالانکہ وہ جواب دیا تھا پیر میر علی شاہ صاحب کو، اور چاہے بعد میں وہ ان کی جماعت چھوڑ بھی گئے تھے تو کم از کم پہلے اول تو قادیانی جماعت کو وہ کتاب رکھنی چاہیے تھی کیونکہ وہ مرزا صاحب نے خود جواب لکھوایا تھا. ہاں یہ تو ٹھیک بالکل ہے. بات صحیح ہے. اور دوسری بات اگر انہوں نے نہیں بھی رکھی تو لاہوری جماعت کو کم از کم وہ کتاب اپنے جو ہے اس پہ رکھنی چاہیے تھی، ہاں ان کو رکھنی چاہیے ویب سائٹ پہ، کیونکہ وہ جواب دیا تھا انہوں نے پیر میر علی شاہ صاحب کو مرزا صاحب کے کہنے پہ. ہاں درست ہے. آپ نے ان کا چیک کیا ویب سائٹ لاہوری والوں کا؟ جی بالکل میں نے چیک کیا، اس پہ نہیں ملی مجھے. یہ میں یہ جب کتاب مجھے چاہیے تھی نا، یہ کتاب ہم نے بڑی تلاش کی، ہمیں نہیں ملی تھی. ہم نے بڑا مطلب بڑے کسی سے منت لے کر کے نا وہ PDF کسی سے لی تھی اس وقت نا. یہ جب واٹس ایپ پہ ہوتے تو اس وقت کی بات ہے. اچھا تو یہ کسی بندے سے ہم نے PDF لیا تھا اس وقت نا، یہ اویلیبل نہیں تھی وہاں پہ.
تو وہ بندہ بھی جماعت احمدیہ کا ہی ہے جس کے پاس وہ PDF ہمیں ملی تھی، لیکن ویب سائٹ پہ نہیں ملی تھی، اس نے الگ سے کہیں پہ رکھی ہوئی تھی وہ PDF، وہ تھی اس کے پاس بھی PDF ہی، لیکن اس نے الگ سے کہیں پہ رکھی ہوئی تھی۔ ہاں واقعی یہ تو ہونی چاہیے تھی، یہ تو بلکہ تاریخ کا حصہ ہے کہ بھی اس کے جواب میں انہوں نے خط لکھا ہے جو کتاب۔ پتہ نہیں مرزائیوں کا بھی کیا چکر ہے، انہوں نے بہت ساری چیزیں چھپا لی تھی، بلکہ وہ مرزا بشیر الدین محمود نے تو اکٹھے کر کے بہت سارا لٹریچر جلایا بھی تھا کہ وہ پھر یہ وہ جو جس میں تھوڑی سی مطلب تضادات ہیں یا بعد میں انہوں نے بیانات جو بدلے ہیں اس کی وجہ سے۔ اچھا طارق چوہان صاحب، ایک بات کبھی کبھی میں سوچتا ہوں اور مجھے لگتا ہے کہ میری بات جو ہے نا وہ 99 نہیں بلکہ 100+100% جو ہے نا وہ بات صحیح سوچتا ہوں میں، کہ یہ جو ہمارے مسلمانوں کے آپس میں یہ فتوی ہے نا، یہ جی 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 وہ احمد رضا خان بریلوی صاحب نے یہ فتویٰ دے دیا، وہ فلانے نے یہ فتویٰ دے دیا، یہ سارے جو اوریجنل فتوے ہیں نا اوریجنل، ہاں وہ سارے مرزائیوں کے پاس محفوظ ہیں۔ یار ہمارے کسی بندے کے پاس وہ فتوے ہے ہی نہیں، ہاں کتابوں میں لکھی ہوئی ہیں باتیں، لیکن ہاں جو اوریجنل فتاوا جاتے ہیں وہ مرزائیوں کے پاس ہے۔ مجھے تو لگتا ہے کہ وہ فتوے بھی انہوں نے لیے ہوں گے۔ ہو سکتا ہے۔ نہیں یقین کریں، میں یہ سوچتا ہوں کبھی کبھی، کیونکہ یہ ان کا پرانا وتیرہ ہے۔ وہ پتہ ہے وہ ایک نبینا، وہ سیالکوٹ میں ایک نبینا والی کہانی بھی لکھی ہوئی ہے، ان کی کتابوں میں لکھی ہوئی ہے کہ وہ نبینا تھا نا حافظ، ہاں تو اس نے کیا کیا جی، پیچھے ہٹ جاؤ، میں مسلمانوں نال حیات وفات مسیح تے میں انہاں نال مناظرہ کرنا۔ ہاں تو وہ 2-4 باتیں کرنے کے بعد نا اس نے کہہ دیا، کہتے ہیں نہیں یہ احمدیوں کے جو دلائل ہیں نا یہ بڑے مضبوط ہیں، مسلمانوں کے دلائل کمزور ہیں۔ تو یہ کہانی جو ہے یہ مرزا شاید جو سیرت المہدی والا نا اس نے شاید لکھی ہوئی ہے یہ کہانی۔ تو اچھا مرزا صاحب بڑے ناراض ہوئے تھے پھر اس کے اوپر، اس بندے کے اوپر، کہ تجھے کیا ہاں ضرورت پڑی تھی مسلمان بن کے تو یہ اس طرح کی بات کرنے کی۔ ہاں تو اس طرح کی حرکتیں ان کی ملتی ہیں، ہاں یہ ایک ہاں مثال ہے چھوٹی سی۔ تو مجھے تو جی جی لگتا ہے یہ فتویٰ بھی جو ہے نا ان مرزائیوں نے مسلمان بن کے وہ ایک دوسرے کے اوپر فتوے لیے، کیونکہ وہ جس طرح مثال کے طور پہ محمد حسین بٹالوی صاحب کے بارے میں انہوں نے فتویٰ لیا نا وہ ایک، کہ وہ ہاں جی مہدی کے منکر ہیں، حالانکہ ایسی بات ہاں تھی ہی نہیں، ہاں لیکن وہ فتویٰ انہوں نے لیا۔ تو یہ ساری کہانی وہی ہے کہ یہ فتوے سارے انہوں نے لیے ہوئے ہیں اور ہاں تھوپ دیے یہ مسلمانوں پہ، یقین کریں۔ ہاں ہاں، اور پھر اس کو یوز کرنے کے لیے ان کے خلاف، ہاں ظاہر بات ہے، تاکہ استعمال کرنے کے لیے۔ تاکہ مسلمان ان کی کمزوریوں کی طرف آنے کے بجائے وہ آپس میں چکر میں پڑ جائیں۔ ہاں یعنی یہ تو مرزائی بڑا کرتے ہیں اس طرح کی، اسی لیے ہاں براڈے لگا کے بیٹھے ہوتے ہیں نا کہ جی وہ فلانے نے یہ کہہ دیا، فلانے نے یہ کہہ دیا۔ بھئی ان میں کوئی بھی ملہم من اللہ ہونے کا کسی نے دعویٰ نہیں کیا، کچھ کہہ بھی دیتا ہاں، تو پھر اگر کیا وہ ہوگا؟ فتویٰ لگتا ہے تو سو بسم اللہ، اگر نہیں لگتا تو ختم، وہ فتویٰ ہی ختم۔ اب ہاں جو فتویٰ موجود ہے اس کے مطابق اگر کسی کے عقائد ہیں تو وہ فتویٰ اس کے اوپر وائلڈ ہوگا، اور اگر ہوں ایسے عقائد کسی کے نہیں ہیں تو وہ فتویٰ ختم ہو جائے گا۔ اس میں کوئی کسی کا لینا دینا ہی نہیں ہے، لیکن یہ اس کو استعمال کرتے رہتے ہیں۔ ہاں وہ یہی بھائی مطلب ہے آپ، نا کہ ہمارے روحانی خزائن کی طرف توجہ نہ ہو آپ کی۔ ہاں بھائی آپ مرزا صاحب کو نبی مانتے ہیں، ملہم معمور مانتے ہیں، مسیح موعود مانتے ہیں، سارا کچھ آپ مانتے ہیں، بلکہ آپ تو سارے نبیوں سے افضل مرزا صاحب کو مانتے ہیں اور ان کی ہاں تحریروں کو نہیں مانتے، ان کے اوپر بات نہیں کرنا بالکل، چاہتے۔ ہاں ہاں یہ حالات ہیں ان کے۔ ہے ویسے تسی بھی یہ انہاں دے نال دے ہو، تسی ہاں نہ کری آؤ۔ مرزائیت ویسے، ہاں جی، میں کہ ہے تسی بھی انہاں دے ہم تو نال نہیں دے ہو، مانتے کہ ہاں نہ سارے کری نبیوں آؤ۔ سے افضل ہیں۔ مرزا صاحب کو ہم سب نبیوں سے افضل نہیں مانتے، وہی انہوں نے کہا، نہ ہم ان کو صاحب کتاب نبی مانتے ہیں، نہ ہم کہتے ہیں کہ بھی وہ ان کی خلافت چلے گی، یہ تو انہوں نے بنائے ہوئے نا، غلف کی ہے ان کی۔ اب وہ کہہ رہے ہیں جی مضامین بشیر میں لکھا ہوگا جی وہ تلاوت آپ نے کرنی ہے تذکرہ کی، پھر تذکرہ کون سی کوئی مرزا صاحب نے کتاب لکھی ہوئی ہے؟ اور مرزا صاحب کے الہامات اس طرح کے ہے ہی نہیں ہے کہ وہ کوئی شریعت ہے، نہ انہوں نے ایسا کہا ہوا ہے، شریعت تو چلے وہی ہے قرآن بہرحال مجید۔ طارق صاحب آپ کی یہ تعریف تو بنتی ہے نا کہ آپ کم از کم مرزا صاحب کی تحریروں کو آن بھی کرتے ہیں، جو انہوں نے لکھا ہوا ہے اس پہ بات بھی کرتے ہیں، اور جو لکھے ہاں ہے ویسے ہی آپ مانتے ہیں۔ یہ مرضی ہی پتہ نہیں بالکل کیوں بھاگتے ہیں اسے، محمودی گروپ۔ نہیں، میں اس کی وجہ بڑی صاف اور سمپل ہے
کہ مرزائی گدی کی رکاوٹ راہ میں سب سے بڑی رکاوٹ مرزا صاحب کی تحریرات ہیں. اس لیے اگر آپ وہ اس طرف جائیں گے تو وہ پھر اپنی مرزائی گدی کو کیسے جسٹیفائی کریں گے؟ اس لیے وہ ظاہری بات ہے کہ میں نے جہاں تک دیکھا ہے نا، جمبا صاحب جو ہیں ان کے مطلب بقول ان کے بھی مطلب آپ کے عقائد کے لحاظ سے یہ جو خلافت ہے یہ بیچ میں آ جاتی ہے. انہوں نے اپنی خلافت بچانے کے لیے اب مرزا صاحب کی تحریروں پہ بات نہیں کرتے وہ، کیونکہ اگر مرزا صاحب کی تحریروں پہ بات کریں گے تو خلافت اڑ جائے گی. تو اس میں سمجھتا ہوں کہ بالکل جمبا صاحب کا موقف جو ہے نا وہ صحیح ہے، صحیح لگتا ہے مجھے. لیکن لاہوری جو ہے ان کا پہلے لاہوری جو ہے نا ان کے تھوڑے ڈگمگا ہے سارا کچھ ہی، کہ ان کے پہلے عقائد کچھ اور تھے، بعد میں جب خلافت کے جھگڑے ہو گئے تو اس کے بعد انہوں نے اپنے عقائد بدل لیے، لیکن فائدہ اس کا بھی نہیں ہوا ان کو، بلکہ میں تو سمجھتا ہوں ان کو الٹا نقصان ہوا ہے. یعنی وہی بات ہے کہ جتیاں بھی کھوائیاں تے لبا بھی کچھ نہیں. ہاں، اور ابھی بھی جیسے حفیظ شیخ صاحب بھی یہ بات کرتے ہیں نا کہ جی او نہیں وہ بس ان کو مان لیا تو مان لیا، نہیں مانتا تو کوئی فرق نہیں پڑتا. بھائی مرزا صاحب نے ایسا کہیں نہیں لکھا ہوا کہ مجھے ماننے سے کچھ فرق نہیں پڑتا. انہوں نے تو لکھا ہوا ہے صاحب کہ میرے بغیر اگر اسلام پیش کرو گے تو وہ اسلام ہی مردہ ہوگا. ہاں جھوٹا ہے، اسلام جھوٹا ہے. یہ پتہ نہیں کون سے چکروں میں رہتے ہیں، کس دنیا میں رہتے ہیں حفیظ شیخ صاحب. ہاں بالکل. بھئی ایک شخص کہہ رہا ہے کہ قرآن کا علم مجھے دیا گیا، حدیث کا مجھے علم دیا گیا، مجھے چھوڑو گے تو ایسے ہی ہے جیسے ریل کی آرام دہ سواری کو چھوڑ کر لنگڑے مریل ٹٹو پر سوار ہو گئے. تو سارے لاہوری مرزائی اس لنگڑے مریل ٹٹو پہ سوار ہونا چاہتے ہیں نا. چلے بھارت مطلب یہ وہی ہوگی نا، وہ الفاظ ہیں تو پھر آدمی کہے گا نہیں فرق کوئی نہیں پہنتا. وہ پنجابی کی کہاوت ہے نا، ہے تو بڑی مطلب اب کیا کہیں، لیکن ہے کہاوت تو کہنے میں کوئی حرج نہیں ہے. وہ دھوبی کا کتا نہ گھر کا نہ گھاٹ کا. وہی حالات ہیں ان کے، مطلب نہ گھر کے ہیں نہ گھاٹ کے. تو آپ اس کو مانیں یا نہ مانیں، یہ جی ہاں ختم کر دیں. ایسے ہر روز ذلیل بھی ہوتے ہیں، رسوا بھی ہوتے ہیں، تو کیا ہوا تم کو فائدہ ماننے کا؟ چھوڑ دو نا یار، ختم کرو. یا ایک کشتی میں مطلب دو کشتیوں میں پاؤں نہ رکھو، ایک کشتی میں سوار ہو جاؤ، یا ادھر ہو جاؤ یا ادھر ہو جاؤ. یعنی مرزا صاحب کا انکار کرنے سے آپ کا ایمان محفوظ رہتا ہے تو کرو انکار بھائی، کیوں اپنی مصیبت ڈالنی خام خواہ. مطلب کامن سینس ہے یہ، ان کو سمجھ نہیں آتی یہ بات. ابھی ناصر بھی تو یہی کہہ کے گیا تھا ان کو، وہ بھی تو ابھی یہی کہہ کے گیا ہے کہ اگر ماننا ہی نہیں ہے، مرزا صاحب کو ماننے سے کوئی فرق ہی نہیں پڑتا تو پھر کیوں روز لال کروائی ہوتی ہے. بالکل. مرزا صاحب نے اتنا تردد کیا، خام خواہ رپھڑ ڈالا، ساری امت میں بگاڑ ڈالا، فرقہ مسلم احمدیہ بنایا. بھائی کیوں بنایا بھائی؟ تو کو فرق ہی نہیں پڑتا. بالکل. اب آپ مانے نہ مانے، مرزا صاحب نے تو بڑی بڑی سخت تحریریں لکھی ہوئی ہیں طارق صاحب، بڑی بڑی سخت تحریریں لکھی ہوئی ہیں. اسی لیے تو مسلمانوں کے اندر اتنا غصہ آتا ہے، کیونکہ انہوں نے تو یہاں تک لکھ دیا ہوا ہے کہ جو مسلمان میری کتابوں کو محبت کی نظر سے نہیں دیکھتا اسے ولد الحرام بننے کا شوق ہے. اب یہ کوئی الفاظ کوئی مسلمان سنے گا تو وہ مطلب جو جذباتی مسلمان ہے تو وہ تو ان کی براڈ پہ چڑھ کے یہی کہے گا نا مرزا دی بہن دی تے مرزا دی ماں دی. ہمارے دشمن جو ہیں وہ بے ایمانوں کے خنزیر ہو گئے اور عورتیں ان کی کتیوں سے بڑھ گئی. اب یہ الفاظ کن کے لیے؟ تو ایسے الفاظ سن کے بندے کے جذبات جو ہیں وہ اوپر آتے، پھر کہتے ہیں جی ہمیں گالیاں دیتے.